ਸਟਾਰ ਟਾਕ ਵਿੱਚ ਤੁਹਾਡਾ ਸਵਾਗਤ ਹੈ ਜੀ। ਮੈਂ ਸਿਮਰਤ ਗਰੇਵਾਲ, ਮੇਰੇ ਵੱਲੋਂ ਆਪ ਸਭ ਨੂੰ ਸਤਿ ਸ੍ਰੀ ਅਕਾਲ। ਇੱਕ ਵਾਰ ਫਿਰ ਤੁਹਾਡੇ ਲਈ ਸਟਾਰ ਟਾਕ ਦੇ ਵਿੱਚ ਇੱਕ ਨਵਾਂ ਐਪੀਸੋਡ ਲੈ ਕੇ ਹਾਜ਼ਰ ਹੋਏ ਹਾਂ। ਜਿਵੇਂ ਕਿ ਤੁਹਾਡੇ ਨਾਲ ਅਸੀਂ ਹਰ ਹਫ਼ਤੇ ਕਿਸੇ ਨਾ ਕਿਸੇ ਇਸ ਤਰ੍ਹਾਂ ਦੇ ਪੱਖਵੇਂ ਮੁੱਦੇ 'ਤੇ ਗੱਲ ਕਰਦੇ ਹਾਂ ਜਿਹੜਾ ਕਿ ਸਿੱਧਾ ਸਾਡੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦਾ ਹੈ, ਜਿਸ ਦਾ ਕਿ ਪੂਰੀ ਦੁਨੀਆ ਦੇ ਵਿੱਚ ਚਰਚਾ ਰਹਿੰਦੀ ਹੈ ਅਤੇ ਜਿਹੜਾ ਕਿ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਹੁੰਦੀਆਂ ਨੇ ਜਿਹਦੇ ਨਾਲ ਕਿ ਸਾਡੀ ਜ਼ਿੰਦਗੀ ਨੂੰ 'ਤੇ ਪ੍ਰਭਾਵ ਪੈਂਦਾ ਹੈ। ਸੋ ਇੱਕ ਇਸੇ ਤਰ੍ਹਾਂ ਦਾ ਇਹ ਮਸਲਾ ਹੈ ਸਪਲਾਈ ਚੇਨ ਦਾ, ਜਿਹਦੀ ਕਿ ਕੋਵਿਡ ਤੋਂ ਬਾਅਦ, ਕਿਉਂਕਿ 2 ਸਾਲ ਹੁਣ ਕੋਵਿਡ ਵਿੱਚ ਲੰਘ ਗਏ ਨੇ, ਸੋ ਕੋਵਿਡ ਤੋਂ ਬਾਅਦ ਕਾਫੀ ਚਰਚਾ ਹੋਈ ਹੈ। ਖਾਸ ਕਰਕੇ ਜਦੋਂ ਵੱਖ-ਵੱਖ ਦੇਸ਼ਾਂ ਦੇ ਵਿੱਚ ਮਹਿੰਗਾਈ ਵਧੀ ਹੈ, ਇਸੇ ਤਰ੍ਹਾਂ ਹੀ ਕੈਨੇਡਾ ਦੇ ਵਿੱਚ ਵੀ ਜਿਹੜੀ ਮਹਿੰਗਾਈ ਲਗਾਤਾਰ ਵਧੀ ਹੈ, ਜੋ ਅੱਜ ਕੱਲ੍ਹ ਦੇਖਿਆ ਜਾਵੇ ਤਾਂ ਤਕਰੀਬਨ ਮਹਿੰਗਾਈ ਦਰ 8% ਦੇ ਨੇੜੇ ਪਹੁੰਚ ਗਈ ਹੈ। ਸੋ ਇਹਦੇ ਵਿੱਚ ਵੱਡਾ ਹਿੱਸਾ ਕਿਹਾ ਜਾ ਰਿਹਾ ਹੈ ਕਿ ਕਾਰਨ ਇਸ ਨੂੰ ਮੰਨਿਆ ਜਾ ਰਿਹਾ ਸਪਲਾਈ ਚੇਨ ਨੂੰ। ਅਤੇ ਸਪਲਾਈ ਚੇਨ ਜੇ ਕਿਹਾ ਜਾਵੇ ਕਿ ਜਿਹੜੀ ਚਾਈਨਾ ਹੈ ਉਸਦੀ ਸਰਦਾਰੀ ਹੈ ਸਪਲਾਈ ਚੇਨ ਦੇ ਵਿੱਚ, ਅਤੇ ਕੋਈ ਅਤਕਥਨੀ ਨਹੀਂ ਹੋਵੇਗੀ। ਸੋ ਇਸ ਮੁੱਦੇ 'ਤੇ ਅੱਜ ਗੱਲ ਕਰਾਂਗੇ, ਕੀ ਹੈ ਸਪਲਾਈ ਚੇਨ, ਇਹਦੇ ਕੀ ਕੌਨਸੀਕੁਐਂਸਿਸ ਨੇ, ਕੀ ਇਸ ਸਪਲਾਈ ਚੇਨ ਦਾ ਚਾਈਨਾ ਦੇ ਲਈ ਕੋਈ ਤੋੜ ਹੋ ਸਕਦਾ, ਇਸ ਦੇ ਪੋਲੀਟੀਕਲ ਅਤੇ ਸੋਸ਼ਲ ਇਫੈਕਟ ਕੀ ਨੇ, ਇਹਦੇ ਬਾਰੇ ਅੱਜ ਗੱਲ ਕਰਾਂਗੇ। ਸਟੂਡੀਓ ਵਿੱਚ ਅੱਜ ਫਿਰ ਹਾਜ਼ਰ ਨੇ ਸਾਡੇ ਨਾਲ ਮਹਿਮਾਨ ਹਰਕੀਰਤ ਜੀ, ਅਤੇ ਉਹਨਾਂ ਦੇ ਨਾਲ ਇਸ ਮੁੱਦੇ 'ਤੇ ਵਿਚਾਰ ਚਰਚਾ ਕਰਾਂਗੇ। ਹਰਕੀਰਤ ਜੀ, ਤੁਹਾਡਾ ਸਵਾਗਤ ਹੈ ਜੀ। ਥੈਂਕ ਯੂ ਸਿਮਰਤ ਜੀ। ਅੱਛਾ ਹਰਕੀਰਤ ਜੀ, ਜਿਵੇਂ ਕਿ ਆਪਾਂ ਗੱਲ ਕਰ ਰਹੇ ਸੀਗੇ ਵੀ ਸਪਲਾਈ ਚੇਨ ਦਾ ਇੱਕ ਵੱਡਾ ਮੁੱਦਾ ਹੁਣ ਬਣਿਆ ਹੋਇਆ ਹੈ, ਅਤੇ ਖਾਸ ਕਰਕੇ ਮਹਿੰਗਾਈ ਦੇ ਵਿੱਚ ਇਸ ਨੂੰ ਮੁੱਖ ਕਾਰਨ ਦੱਸਿਆ ਜਾ ਰਿਹਾ। ਸਭ ਤੋਂ ਪਹਿਲਾਂ ਕਿਉਂਕਿ ਚਾਈਨਾ ਤੋਂ ਬਹੁਤ ਸਾਰਾ ਸਮਾਨ ਆਉਂਦਾ, ਚਾਈਨਾ ਦੀ ਸਰਦਾਰੀ ਹੈ ਸਪਲਾਈ ਚੇਨ ਦੇ ਵਿੱਚ। ਸੋ ਸਭ ਤੋਂ ਪਹਿਲਾਂ ਤਾਂ ਇਹੀ ਆਪਣੇ ਦਰਸ਼ਕਾਂ ਦੇ ਨਾਲ ਸਾਂਝਾ ਕਰੀਏ ਵੀ ਐਕਚੁਅਲ 'ਚ ਹੈ ਕੀ ਚੀਜ਼, ਸਪਲਾਈ ਚੇਨ ਹੈ ਕੀ ਹੈ, ਕਿਉਂ ਇਸ ਦਾ ਇੰਨਾ ਜਿਹੜੀ ਗੱਲਬਾਤ ਹੋ ਰਹੀ ਹੈ। ਸਿਮਰਤ ਜੀ, ਕੋਈ ਵੀ ਜਦ ਰॉ ਮਟੀਰੀਅਲ ਤੋਂ ਲੈ ਕੇ ਕੋਈ ਫਿਨਿਸ਼ਡ ਪ੍ਰੋਡਕਟ ਆਪਾਂ ਕਹਿ ਦਈਏ ਉੱਥੇ ਤੱਕ ਲੈ ਕੇ ਆਉਣਾ, ਉਹਨੂੰ ਸਪਲਾਈ ਚੇਨ ਹੁੰਦੀ ਹੈ। ਕੋਈ ਮਾਰਕੀਟੇਬਲ ਪ੍ਰੋਡਕਟ ਨੂੰ ਮਾਰਕੀਟ 'ਚ ਲੈ ਕੇ ਆਉਣਾ ਹੈਗਾ, ਲੇਕਿਨ ਉਹ ਸਟਾਰਟ ਫਰੋਮ ਅ ਸਕ੍ਰੈਚ, ਭਾਵੇਂ ਉਹ ਅਸੈਂਬਲਿੰਗ ਹੋਵੇ, ਭਾਵੇਂ ਉਹ ਮੈਨੂਫੈਕਚਰਿੰਗ ਹੋਵੇ, ਜਿਸ ਤਰ੍ਹਾਂ ਮਰਜ਼ੀ ਹੋਵੇ। ਸੋ ਦੈਟ ਉਹ ਪੂਰੀ ਜਿਹੜੀ ਚੇਨ ਬਣਦੀ ਹੈਗੀ ਹੈ ਰॉ ਮਟੀਰੀਅਲ ਤੋਂ ਲੈ ਕੇ, ਫਿਰ ਉਹਨੂੰ ਪਹਿਲਾਂ ਪ੍ਰੋਡਕਸ਼ਨ ਹੋਣੀ ਉਹਦੀ, ਫਿਰ ਉਹਨੂੰ ਬਾਕੀ ਅਸੈਂਬਲ ਕਰਨਾ ਹੈਗਾ, ਫਿਰ ਉਹਨੂੰ ਟਰਾਂਸਪੋਰਟ ਕਰਨਾ ਹੈਗਾ ਅਪ ਟੂ ਦਾ ਕੰਜ਼ਿਊਮਰ। ਇਹ ਸਾਰੀ ਜਿਹੜੀ ਹੈ ਉਹ ਸਪਲਾਈ ਚੇਨ ਦੇ ਵਿੱਚ ਆਉਂਦੀ ਹੈਗੀ। ਹੁਣ ਇੱਕ ਇਨਸਾਨ ਨਾ ਸਮਝ, ਇਹਦੇ ਵਿੱਚ ਮੈਂ ਥੋੜ੍ਹੀ ਜਿਹੀ ਗੱਲ ਕਰਾਂ ਤਾਂ ਜਿਹੜਾ ਇਨਸਾਨ ਹੈ ਨਾ, ਉਹ ਕਿਤੇ ਨਾ ਕਿਤੋਂ ਹਮੇਸ਼ਾ ਲਾਲਚੀ ਹੋ ਜਾਂਦਾ ਹੈਗਾ। ਤਾਂ ਇਹ ਸਾਰੀ ਗੱਲ ਦੇਖਿਆ ਜਾਵੇ ਤਾਂ ਜਦ ਅੱਜ ਤੋਂ 20 ਸਾਲ ਪਹਿਲਾਂ ਦੀ ਗੱਲ ਕਰੀਏ, 25 ਸਾਲ ਪਹਿਲਾਂ ਦੀ ਗੱਲ ਕਰੀਏ, ਚਾਹੇ ਉਹ ਕੋਈ ਵੀ ਕੰਟਰੀ ਹੈ ਸੀ, ਤਾਂ ਆਪਣੇ ਜਿਹੜੇ ਗੁੱਡ ਸੀ ਉਹ ਖੁਦ ਮੈਨੂਫੈਕਚਰ ਕਰਦਾ ਸੀ। ਹਾਂਜੀ। ਔਰ ਖੁਦ ਉਹਨਾਂ ਨੂੰ ਉੱਥੇ ਹੀ ਮਾਰਕੀਟ ਕਰਦਾ ਹੁੰਦਾ ਸੀ। ਜੇ ਆਪਾਂ ਨਾਰਥ ਅਮਰੀਕਾ ਦੀ ਗੱਲ ਕਰੀਏ ਤਾਂ US ਵਾਜ਼ ਦਾ ਲਾਰਜੈਸਟ ਮੈਨੂਫੈਕਚਰਡ ਐਂਡ ਕੰਜ਼ਿਊਮਰ ਐਂਡ ਐਕਸਪੋਰਟਰ। ਠੀਕ ਹੈ ਜੀ। ਖਾਸ ਕਰਕੇ ਜਿਵੇਂ ਕੋਈ ਵੀ ਇਲੈਕਟ੍ਰੋਨਿਕ ਗੁੱਡਸ ਹੈਗੀਆਂ ਸੀ, ਜਿਵੇਂ ਆਪਾਂ ਗੱਲ ਕਰੀਏ, ਕੋਈ ਤੁਹਾਨੂੰ ਸ਼ਾਇਦ ਬਹੁਤ ਪਹਿਲਾਂ ਦੀ ਗੱਲ ਯਾਦ ਹੋਣੀ ਆ ਕਿ ਸੋਨੀ ਦੇ ਟੇਪ ਰਿਕਾਰਡਰਸ ਆਇਆ ਕਰਦੇ ਸੀ, ਕੈਸਟਾਂ ਆਇਆ ਕਰਦੀਆਂ ਸੀ। ਉਹ ਸੋਨੀ ਵਾਜ਼ ਮੈਨੂਫੈਕਚਰਡ ਇਨ ਜਾਪਾਨ, ਉੱਥੇ ਲਿਖਿਆ ਹੁੰਦਾ ਸੀ ਮੇਡ ਇਨ ਜਾਪਾਨ। ਹਾਂਜੀ, ਬਿਲਕੁਲ। ਉਹ ਬਹੁਤ ਉਹਦੀ ਵੈਲਿਊ ਹੁੰਦੀ ਸੀ। ਆਪਾਂ ਕੋਈ ਵੀ ਚੱਲ ਲੈਂਦੇ ਸੀ ਕੈਸਟ, ਆਪਾਂ ਕਹਿੰਦੇ ਹੁੰਦੇ ਸੀ ਇਟਸ ਮੇਡ ਇਨ ਜਾਪਾਨ। ਬਟ ਜਦ ਇਹ ਚੀਜ਼ਾਂ ਹੌਲੀ ਹੌਲੀ ਟਾਈਮ ਚੇਂਜ ਹੁੰਦਾ ਗਿਆ, ਜਦ ਉਹਦੀ ਪ੍ਰੋਡਕਸ਼ਨ ਦੀ ਕਾਸਟ ਵਧਣ ਲੱਗੀ, ਤਾਂ ਸਾਰੀ ਕੰਪਨੀ ਨੂੰ ਇਹ ਲੱਗਿਆ ਕਿ ਜਿਹੜਾ ਸਾਡਾ ਪ੍ਰੋਫਿਟ ਆਫ ਮਾਰਜਨ ਹੈ ਉਹ ਘਟ ਰਿਹਾ ਹੈਗਾ, ਅਸੀਂ ਕਿਤੇ ਨਾ ਕਿਤੇ ਇਹਨੂੰ ਵਧਾਈਏ। ਤਾਂ ਉਹਨਾਂ ਨੇ ਇਹਨੂੰ ਆਊਟਸੋਰਸਿੰਗ ਕਰਨੀ ਸ਼ੁਰੂ ਕਰ ਦਿੱਤੀ ਹੈਗੀ ਹੈ। ਠੀਕ ਹੈ। ਇਟ ਆਲ ਸਟਾਰਟਡ ਵਿਦ ਮੈਨੂੰ ਕੱਲ੍ਹ 80s ਦੇ ਦਹਾਕੇ ਦੇ ਵਿੱਚ ਦੀ ਗੱਲ ਆਪਾਂ ਗੱਲ ਕਰੀਏ, ਉਸ ਟਾਈਮ ਦੇ ਸ਼ੁਰੂ ਹੋਈ ਹੈਗੀ ਹੈ। ਔਰ ਉਸੇ ਟਾਈਮ 2 ਇਹੋ ਜਿਹੇ ਕੰਟਰੀ ਸੀ ਜਿਨ੍ਹਾਂ ਕੋਲ ਬਹੁਤ ਜ਼ਿਆਦਾ ਬਹੁਤਾਤ ਸੀ ਕਾਮਿਆਂ ਦੀ, ਇੱਕ ਇੰਡੀਆ ਔਰ ਇੱਕ ਚਾਈਨਾ। ਠੀਕ ਹੈ। ਸ਼ਾਇਦ ਇੰਡੀਆ ਉਸ ਚੀਜ਼ ਨੂੰ ਟੈਪ ਨਹੀਂ ਕਰ ਪਾਇਆ, ਜਾਂ ਇੰਡੀਆ ਦੀ ਜਿਹੜੀ ਗਵਰਨਮੈਂਟ ਉਸ ਟਾਈਮ ਦੀਆਂ ਹੈਗੀਆਂ ਸੀ, ਉਹਨਾਂ ਨੇ ਇਸ ਬਾਰੇ ਕਦੇ ਸੋਚਿਆ ਹੀ ਨਹੀਂ ਵੀ ਅਸੀਂ ਇਸ ਚੀਜ਼ ਨੂੰ ਕੇਟਰ ਕਰੀਏ। ਬਿਲਕੁਲ ਸੋਚੀਏ ਇਸ ਚੀਜ਼ ਨੂੰ ਕਿਵੇਂ। ਲੇਕਿਨ ਚਾਈਨਾ ਨੇ 1978 ਦੀ ਗੱਲ ਹੈ, ਉਹਨਾਂ ਨੇ ਇੱਕ ਪਾਲਿਸੀ, ਓਪਨ ਪਾਲਿਸੀ ਬਣਾਈ, ਓਪਨ ਮਾਰਕੀਟ ਪਾਲਿਸੀ ਬਣਾਈ, ਜਿਹਦੇ ਆਧਾਰ ਦੇ ਉੱਪਰ ਕੋਈ ਵੀ ਜਿਹੜਾ ਉੱਥੇ ਦਾ ਕਿਸਾਨ ਸੀ ਉਹ, ਔਰ ਕੋਈ ਵੀ ਜਿਹੜਾ ਉੱਥੇ ਦਾ ਮੈਨੂਫੈਕਚਰ ਸੀ ਉਹ ਕਿਤੇ ਵੀ ਆਪਣੀ ਪ੍ਰੋਡਕਟ ਨੂੰ ਵੇਚ ਸਕਦਾ ਸੀ। ਸੋ ਦੈਟ ਵਾਜ਼ ਦਾ ਸਟਾਰਟਿੰਗ ਆਫ ਦੈਟ ਪਰਟੀਕੂਲਰ ਟ੍ਰੈਂਡ, ਜਿਹੜੀ ਕਿ ਗਵਰਨਮੈਂਟ ਨੂੰ ਬਹੁਤ ਸਬਸਿਡਾਈਜ਼ ਕਰਦੀ ਸੀ, ਗਵਰਨਮੈਂਟ ਨੂੰ ਬਹੁਤ ਜ਼ਿਆਦਾ ਸਪੋਰਟ ਕਰਿਆ ਕਰਦੀ ਸੀ ਉਸ ਸਮੇਂ ਵਿੱਚ। ਸੋ ਇਹ ਚੀਜ਼ ਦੇਖੋ ਕਿੰਨੀ ਪੁਰਾਣੀ ਗੱਲ ਹੈ, ਉਹਨਾਂ ਨੇ ਕਿੰਨਾ ਫਿਊਚਰ ਬਾਰੇ ਸੋਚਿਆ ਇਹ ਗੱਲ ਕਿ ਠੀਕ ਹੈ ਆਉਣ ਵਾਲੇ ਟਾਈਮ ਦੇ ਵਿੱਚ ਕੱਲ੍ਹ ਨੂੰ ਇਸ ਤਰ੍ਹਾਂ ਹੋਏਗਾ, ਤਾਂ ਫੋਰਸੀ ਕਰਨਾ, ਪਾਲਿਸੀਜ਼ ਨੂੰ ਬਣਾਉਣਾ, ਤਾਂ ਕਿੱਦਾਂ ਕੋਈ ਵੀ ਕੰਟਰੀ ਦਾ ਜਿਹੜੀ ਗਰੋਥ, ਕੋਈ ਵੀ ਕੰਟਰੀ ਦੀ ਰਿਚਨੈਸ ਦੀ, ਕੋਈ ਵੀ ਕੰਟਰੀ ਦੀ ਜਿਹੜੀ ਇਕਨੋਮਿਕ ਗਰੋਥ ਦੀ, ਉਹਦੀ ਨੀਂਹ ਕਿਵੇਂ ਧਰੀ ਜਾਂਦੀ ਹੈ, ਉਹ ਚਾਈਨਾ ਤੋਂ ਸਿੱਖਣਾ ਚਾਹੀਦਾ ਉਸ ਚੀਜ਼ ਨੂੰ। ਉਸ ਟਾਈਮ ਦੇ ਵਿੱਚ ਸੇਮ ਹਾਲ ਇੰਡੀਆ ਦਾ ਵੀ ਸੀ, ਲੇਕਿਨ ਇੰਡੀਆ ਨੇ ਇਸ ਬਾਰੇ ਕਦੇ ਸੋਚਿਆ ਹੀ ਨਹੀਂ ਹੈਗਾ ਸੀ। ਬਿਲਕੁਲ ਹਾਂ, ਕਿਉਂਕਿ ਇੰਡੀਆ ਦੇ ਕੋਲ ਵੀ ਜਿਹੜੀ ਕਾਮਿਆਂ ਦੀ ਘਾਟ ਨਹੀਂ ਸੀਗੀ, ਅਤੇ ਜਿਹੜਾ ਰॉ ਮਟੀਰੀਅਲ ਵੀ ਉੱਥੇ ਜਿਹੜੇ ਵੈਸਟਰਨ ਕੰਟਰੀਜ਼ ਨਾਲੋਂ ਸਸਤਾ ਸੀਗਾ। ਸੋ ਮੇਰੇ ਖਿਆਲ ਇਹੀ ਆ ਵੀ ਚਾਈਨਾ ਨੇ ਪਹਿਲ ਕੀਤੀ ਇਹਦੇ ਬਾਰੇ।
ਨਹੀਂ ਸਮਝ ਜੀ, ਉਹਦੇ ਚੀਜ਼ ਤੁਸੀਂ ਪੋਲੀਟੀਕਲ ਸਿਨੈਰੀਓ ਨੂੰ ਵੀ ਲੈ ਕੇ ਚੱਲੀਏ ਨਾ, ਤਾਂ ਜਿਹੜਾ ਚਾਈਨਾ ਹੈ ਉਹਦੇ ਕੋਲ ਵਨ ਪਾਰਟੀ ਰੂਲ ਹੈਗੇ ਆ। ਸੋ ਉਹ ਜੋ ਇੱਕ ਪਾਲਿਸੀ ਬਣਾਉਂਦੇ ਨੇ ਉਹ ਬਿਲਕੁਲ ਉਹਨੂੰ ਬਹੁਤ ਬੜਾ ਉਹਦੀ ਇੰਪਲੀਮੈਂਟੇਸ਼ਨ ਜਿਹੜੀ ਹੁੰਦੀ ਹੈ ਨਾ ਉਹ ਬਹੁਤ ਜ਼ਿਆਦਾ ਸਟਰੋਂਗ ਹੁੰਦੀ ਹੈ, ਕਿਉਂਕਿ ਉਹਦੇ ਵਿਰੋਧੀ ਹੈ ਨਹੀਂਗੇ, ਉਹਦੇ ਵਿਰੋਧੀ ਨਹੀਂ ਹੁੰਦੇ ਹੈਗੇ ਨੇ। ਔਰ ਦੂਸਰੀ ਗੱਲ ਹੈ ਕਿ ਜਿਹੜੀ ਉਹ ਇੱਕ ਪਾਲਿਸੀ ਬਣਾਉਂਦੇ ਉਹ ਨੈਸ਼ਨਲ ਬੈਨੀਫਿਟ ਵਾਸਤੇ ਹੁੰਦੀ ਹੈਗੀ ਆ। ਉਹ ਕਿਤੇ ਨਾ ਕਿਤੇ ਜਾ ਕੇ ਜ਼ਰੂਰ ਸੋਚਦੇ ਨੇ ਕਿ ਅਸੀਂ ਆਪਣੇ ਕੰਟਰੀ ਨੂੰ ਕਿੱਦਾਂ ਬੈਨੀਫਿਟ ਕਰਨਾ ਹੈਗਾ। ਜਿਹੜੇ ਲੋਕ ਨੇ ਉਹਨਾਂ ਨੂੰ ਭਾਵੇਂ ਦੇਖੋ ਜਿਵੇਂ ਦੇਖੋ ਮਾੜੀਆਂ ਚੰਗੀਆਂ ਗੱਲਾਂ ਤਾਂ ਹਰ ਜਗ੍ਹਾ ਹੁੰਦੀਆਂ ਬਿਲਕੁਲ ਜੀ, ਲੇਕਿਨ ਜੇ ਉਹ ਦੇਖਿਆ ਜਾਵੇ ਤਾਂ ਜੇ ਉਹ 70% ਵੀ ਉਹ ਪਾਲਿਸੀ ਕਾਮਯਾਬ ਹੋ ਜਾਂਦੀ ਹੈਗੀ ਹੈ, 30% ਉਹਦੇ ਜਿਹੜੇ ਡਰਾਬੈਕਸ ਹੁੰਦੇ ਨੇ, ਲੇਕਿਨ ਫਿਰ ਵੀ ਇਟਸ ਅ ਬਿਗ ਬਹੁਤ ਵੱਡਾ ਇੰਪੈਕਟ ਪੈਂਦਾ ਇਸ ਚੀਜ਼ ਦੇ। ਬਿਲਕੁਲ ਜੀ, ਬਿਲਕੁਲ। ਹੁਣ ਉਹ ਤੇ ਮੇਨ ਜਿਹੜਾ ਕਿਉਂ ਤੁਸੀਂ ਉਹ ਕੁਐਸਚਨ ਕੀਤਾ ਸੀ ਕਿ ਕਿਉਂ ਚਾਈਨਾ ਜਿਹੜਾ ਹੈ ਉਹ ਇਸ ਜਿਹੜਾ ਮੇਨ ਡੋਮੀਨੇਟ ਕਰ ਰਿਹਾ ਹਾਂਜੀ ਬਿਲਕੁਲ ਠੀਕ ਹੈ ਨਾ। ਹੁਣ ਸਭ ਤੋਂ ਪਹਿਲਾਂ ਕੀ ਗੱਲ ਹੈ ਉੱਥੇ ਚੀਪ ਲੇਬਰ ਚੀਪ ਕਿ ਇੰਡੀਆ ਕੋਲ ਵੀ ਸੀ, ਉਹਨਾਂ ਕੋਲ ਵੀ ਹੈਗਾ, ਲੇਕਿਨ ਉਹਨੇ ਉਸ ਚੀਜ਼ ਦਾ ਫਾਇਦਾ ਚੱਕਿਆ ਹੈਗਾ। ਔਰ ਦੂਸਰੀ ਗੱਲ ਹੈ ਜਿਹੜਾ ਫਰੈਂਡਲੀ ਬਿਜ਼ਨਸ ਫਰੈਂਡਲੀ ਜਿਹੜੀ ਹੈ ਉਹ ਸਿਸਟਮ ਨੂੰ ਡਿਵੈਲਪ ਕਰਨਾ ਹੈਗਾ। ਜਦ ਕੋਈ ਵੀ ਬੰਦਾ ਇਨਵੈਸਟਰ ਹੈ, ਚਾਹੇ ਕੋਈ ਵੀ ਬੰਦਾ ਹੈ, ਉਹ ਯਾਰ ਜਾਂਦਾ ਇਨਵੈਸਟ ਕਰਨ ਆਪਣਾ ਪੈਸਾ ਉੱਥੇ, ਜਾਂ ਉਹ ਲੋਕਲ ਬਿਜ਼ਨਸਮੈਨ ਹੈ, ਜਦ ਉਹ ਆਪਣਾ ਬਿਜ਼ਨਸ ਨੂੰ ਵਧਾਉਣਾ ਚਾਹੁੰਦਾ ਹੈਗਾ, ਤਾਂ ਕੀ ਉੱਥੇ ਦਾ ਜਿਹੜਾ ਸਾਰਾ ਸਰਕਮਸਟੈਂਸਸ ਨੇ, ਜਿਹੜਾ ਸਾਰਾ ਐਟਮੋਸਫੀਅਰ ਹੈ ਉਹ ਕਾਰਡੀਅਲ ਹੈ ਕਿ ਨਹੀਂ ਹੈ। ਮੇਰੇ ਖਿਆਲ ਹੈ ਕਿ ਇਹਦੇ ਵਿੱਚ ਹਰਕੀਰਤ ਜੀ ਇਹ ਵੀ ਗੱਲ ਹੈਗੀ ਆ ਵੀ ਜਿੱਦਾਂ ਆਪਾਂ ਆਪਣੇ ਦੇਸ਼ਾਂ ਦੇ ਵਿੱਚ ਗੱਲ ਕਰਦੇ ਹਾਂ, ਇੱਕ ਰੈੱਡ ਟੇਪ ਹੈ ਵੀ ਜਿਹੜੀ ਅਫਸਰਸ਼ਾਹੀ ਹੈ ਉਹ ਬੜਾ ਵੱਡਾ ਹੀ ਅੜਚਣ ਹੁੰਦੀ ਹੈ ਜਦੋਂ ਕੋਈ ਨਵਾਂ ਬਿਜ਼ਨਸ ਬਾਹਰੋਂ ਜੇ ਕਿਤੇ ਜਾਣਾ, ਜੇ NRIs ਨੇ ਕਰਨਾ ਜਾਂ ਕੋਈ ਕੰਪਨੀ ਉੱਥੇ ਸਥਾਪਿਤ ਕਰਨੀ ਹੈ। ਮੇਰੇ ਖਿਆਲ ਇਸ ਤਰ੍ਹਾਂ ਦੀ ਚੀਜ਼ ਚਾਈਨਾ ਦੇ ਵਿੱਚ ਮੇਰੇ ਖਿਆਲ ਨਾ ਦੇ ਬਰਾਬਰ ਹੈ ਜ਼ਰੂਰ ਉੱਥੇ ਵੀ, ਲੇਕਿਨ ਜਦ ਉਹ ਇੱਕ ਲੈਵਲ ਤੱਕ ਹੁੰਦੀ ਹੈ, ਉਸ ਲੈਵਲ ਤੋਂ ਬਾਅਦ ਜੇ ਕੋਈ ਵੀ ਬੰਦਾ ਉਸ ਚੀਜ਼ ਨੂੰ ਲੰਘਣਾ ਕਰਨ ਦੀ ਕੋਸ਼ਿਸ਼ ਕਰਦਾ ਤਾਂ ਡੈਫੀਨਿਟਲੀ ਗਵਰਨਮੈਂਟ ਇੰਟਰਵੈਂਟ ਕਰਦੀ ਹੈਗੀ ਇਹਦੇ ਵਿੱਚ। ਤਾਂ ਜਿਹੜੀ ਉਹ 1978 ਵਿੱਚ ਉਹਨਾਂ ਨੇ ਪਾਲਿਸੀ ਸ਼ੁਰੂ ਕੀਤੀ ਸੀ, ਉਹ ਪਾਲਿਸੀ ਉਹਨਾਂ ਦੀ ਬਹੁਤ ਜ਼ਿਆਦਾ ਉਹਨਾਂ ਨੂੰ ਬਾਅਦ ਪੇ ਆਫ ਕੀਤਾ ਉਸ ਪਾਲਿਸੀ ਨੇ। ਠੀਕ ਹੈ। ਸੋ ਜਦ 2007 ਦੇ ਵਿੱਚ ਇੱਕ ਵੈਸੇ ਗੱਲ ਹੈ ਕਿ ਸਟੀਵ ਜੌਬ ਨੇ ਕਿਹਾ ਕਿ ਅਸੀਂ ਸਾਡੇ ਜਿੰਨੇ ਵੀ ਆਈਫੋਨਸ ਹੈ ਨੇ ਉਹਨਾਂ ਦੀ ਜਿਹੜੀਆਂ ਕਵਰ ਨੇ, ਜਿਹੜੇ ਉਹਨਾਂ ਦੇ ਸਕਰੀਨ ਨੇ ਉਹ ਗਲਾਸ ਦੀ ਹੋਣੀ ਚਾਹੀਦੀ ਹੈਗੀ ਹੈ। ਠੀਕ ਹੈ। ਤਾਂ ਉਹਨਾਂ ਨੇ ਅਮਰੀਕਨ ਕੰਪਨੀਜ਼ ਨੂੰ ਬਹੁਤ ਅਪਰੋਚ ਕੀਤਾ, ਬਾਕੀ ਬਹੁਤ ਜਗ੍ਹਾ ਅਪਰੋਚ ਕੀਤਾ, ਲੇਕਿਨ ਕਿਸੇ ਨੇ ਇਹ ਨਹੀਂ ਕਿਹਾ ਕਿ ਇੰਨੇ ਘੱਟ ਟਾਈਮ ਦੇ ਵਿੱਚ ਇੰਨੀ ਅਸੀਂ ਫਾਸਟ ਔਰ ਇੰਨੀ ਵੱਡੀ ਪ੍ਰੋਡਕਸ਼ਨ ਨੂੰ ਅਸੀਂ ਅੰਜਾਮ ਦੇ ਪਾਵਾਂਗੇ ਜਾਂ ਕਰ ਪਾਵਾਂਗੇ। ਦੈਨ ਹੀ ਵੈਂਟ ਟੂ ਚਾਈਨਾ। ਜਾਂ ਚਾਈਨਾ ਜੋ ਕੰਪਨੀ ਨੇ ਗਵਰਨਮੈਂਟ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਇੱਕ ਬਿਗ ਕੰਪਨੀ ਰਾਈਜ਼ ਕੀਤੀ ਗਈ, ਔਰ ਉਸ ਕੰਪਨੀ ਦੇ ਵਿੱਚ ਘੱਟੋ ਘੱਟ 8000 EMPLOYE 24/7 ਜਿਹੜੇ ਕੰਮ ਤੇ ਲਾਏ ਗਏ, ਔਰ ਉਹ ਘੱਟੋ ਘੱਟ ਦਿਨ ਦੇ 10,000 ਮੋਬਾਈਲਸ ਦੀ ਸਕਰੀਨਸ ਨੂੰ ਉਹ ਬਣਾ ਰਹੇ ਸੀ। ਔਰ ਉਹ ਬਹੁਤ ਮਤਲਬ ਕਿ ਬਹੁਤ ਹੀ ਵਧੀਆ ਤੇ ਮੈਨੇਜ ਤਰੀਕੇ ਨਾਲ ਉਹਨਾਂ ਨੇ ਉਸ ਚੀਜ਼ ਨੂੰ ਜਿਹੜਾ ਉਹਦਾ ਆਰਡਰ ਸੀ ਉਹਨੂੰ ਉਹ ਪੂਰਾ ਕੀਤਾ। ਸੋ ਦੈਨ ਹੁਣ ਦੇਖੋ ਮੇਨ ਜਿਹੜੀ ਗੱਲ ਇਹ ਹੈ ਕਿ ਅੱਜ ਕੱਲ੍ਹ ਦੋ ਚੀਜ਼ਾਂ ਬਹੁਤ ਇੰਪੋਰਟੈਂਟ ਹੈਗੀਆਂ ਨੇ, ਸਮਾਰਟਫੋਨਸ ਔਰ ਜਿਹੜੇ ਵੀ ਉਹ ਬਾਕੀ ਜਿਹੜੀਆਂ ਰੇਅਰ ਅਰਥ ਮੈਟਲਸ ਹੈਗੇ ਨੇ। ਸੋ ਉੱਥੇ ਜਿਹੜਾ ਮੇਨ ਜਿਹੜੀ ਡੋਮੀਨੈਂਸ ਹੈ ਉਹ ਚਾਈਨਾ ਦੀ ਹੈ ਪ੍ਰੋਡਕਸ਼ਨ ਦੀ। ਅੱਛਾ, ਚਲੋ ਹੁਣ ਜੇ ਆਪਾਂ ਦੇਖਿਆ ਜਾਵੇ ਤਾਂ ਬਹੁਤ ਸਾਰਾ ਜਿਹੜਾ ਸਮਾਨ ਹੈ ਤਕਰੀਬਨ ਉਹ ਸਾਰਿਆਂ 'ਤੇ ਮੇਡ ਇਨ ਚਾਈਨਾ ਲਿਖਿਆ ਹੁੰਦਾ ਹੈ। ਘਰ ਦੀ ਛੋਟੀ ਤੋਂ ਛੋਟੀ ਚੀਜ਼ ਲੈ ਲਓ, ਸਾਰੀ ਚਾਈਨਾ ਤੋਂ ਬਣ ਕੇ ਆਉਂਦੀ ਹੈ। ਪਰ ਜਿਹੜੀਆਂ ਹੁਣ ਜਦੋਂ ਤੁਸੀਂ ਰੇਅਰ ਅਰਥ ਮੈਟਲ ਦੀ ਗੱਲ ਕੀਤੀ ਹੈ, ਜਿਹੜਾ ਕਿ ਬੈਟਰੀਜ਼ ਨੇ, ਬੈਟਰੀਜ਼ ਦੇ ਵਿੱਚ ਵੀ ਪਾਇਆ ਜਾਂਦਾ ਹੈ। ਸੋ ਹੋਰ ਕਿਹੜੀਆਂ ਚੀਜ਼ਾਂ ਨੇ ਜਿਹਦੇ ਵਿੱਚ ਜਿਹੜੀ ਚਾਈਨਾ ਦੀ ਡੋਮੀਨੈਂਸ ਹੈ, ਸਰਦਾਰੀ ਹੈ, ਵੀ ਉਹ ਅਜੇ ਹੋਰ ਕੋਈ ਇਸ ਦਾ ਤੋੜ ਨਹੀਂ ਦੇਖਣ ਨੂੰ ਮਿਲ ਰਿਹਾ। ਸੁਮਨ ਜੀ ਇਦੋਂ ਪਹਿਲਾਂ ਕਿ ਆਪਾਂ ਉਹਨੇ ਡੋਮੀਨੈਂਸ ਦੀ ਗੱਲ ਕਰੀਏ, ਫਿਰ ਚਾਈਨਾ ਨੇ ਉਸ ਤੋਂ ਬਾਅਦ ਮੈਂ ਥੋੜ੍ਹਾ ਜਿਹਾ ਬੈਕਗਰਾਊਂਡ ਤੋਂ ਹੋਰ ਜਾਣਨਾ ਚਾਹੁੰਦਾ ਕਿ ਜਦ ਚਾਈਨਾ ਨੇ ਦੇਖਿਆ ਕਿ ਠੀਕ ਹੈ ਹੁਣ ਸਾਡੀ, ਫਿਰ ਡੈਫੀਨੇਟਲੀ ਉਹਨੂੰ ਐਕਸਪੋਰਟ ਕਰਨ ਵਾਸਤੇ ਉਹਨਾਂ ਨੂੰ ਇੱਕ ਦੇਖੋ ਜਦ ਕੋਈ ਚੀਜ਼ ਪ੍ਰੋਡਕਟ ਬਣਦਾ ਹੈਗਾ ਤਾਂ ਮੈਨੂਫੈਕਚਰ ਤਾਂ ਹੋ ਜਾਂਦਾ ਹੈਗਾ, ਤਾਂ ਉਹਨਾਂ ਨੂੰ ਪਰ ਉਸ ਆਪਣੇ ਕੰਜ਼ਿਊਮਰ ਤੱਕ ਡਿਲੀਵਰ ਵੀ ਕਰਨਾ ਹੁੰਦਾ। ਬਿਲਕੁਲ ਜੀ। ਤਾਂ ਉਹਨਾਂ ਨੇ ਆਪਣੇ ਜਿਹੜਾ ਈਸਟ ਪੋਰਟ ਹੈਗਾ ਉੱਥੇ 4 ਜਿਹੜੇ ਪ੍ਰੋਵਿੰਸਸ ਹੈਗੇ ਸੀ, ਉੱਥੇ 4 ਇੱਕ ਪੋਰਟ ਡਿਵੈਲਪ ਕੀਤੇ, ਜ਼ੋਨ ਡਿਵੈਲਪ ਕੀਤੇ। ਹਾਂਜੀ। ਉਹ ਜਿਹੜੇ ਜ਼ੋਨ ਹੈ ਸੀ, ਉਹ ਜ਼ੋਨ ਤੋਂ ਉਹਨਾਂ ਨੇ ਆਪਣਾ ਜਿੰਨੇ ਵੀ ਸੀ ਤੋਂ ਜਿੰਨੇ ਵੀ ਐਕਸਪੋਰਟ ਹੁੰਦੀ ਸੀ ਜਾਂ ਟਰੈਵਲ ਹੁੰਦਾ ਸੀ, ਉਹ ਸਾਰਾ ਉੱਥੋਂ ਉਹਨਾਂ ਨੇ ਆਪਣਾ ਐਕਸਪੋਰਟ ਕਰਨਾ ਸ਼ੁਰੂ ਕੀਤਾ ਹੈ। ਕਿਉਂਕਿ ਡਿਲੀਵਰੀ ਤੁਸੀਂ ਅੱਜ ਹੈਰਾਨ ਹੋਵੋਗੇ ਕਿ ਅੱਜ ਇੱਕ ਦਿਨ ਦੇ ਵਿੱਚ ਉਹ ਘੱਟੋ ਘੱਟ 14 ਮਿਲੀਅਨ ਜਿਹੜੇ ਗੁੱਡਸ ਨੇ, ਪੈਕੇਜ ਨੇ, ਉਹ ਡਿਲੀਵਰ ਕਰ ਸਕਦੇ। ਬਿਲਕੁਲ। ਔਰ ਇੱਕ ਗੱਲ ਇਹ ਨਹੀਂ ਕਿ ਇਕੱਲਾ US ਔਰ ਕੈਨੇਡਾ ਵਾਸਤੇ ਕਰ ਰਹੇ ਨੇ, ਉਹ ਉਹਨਾਂ ਦੇ 14 ਕੰਟਰੀ ਦੇ ਨਾਲ 14 to 7 ਕੰਟਰੀ ਨਾਲ ਜਿਹੜਾ ਵੀ ਉਹਨਾਂ ਦੇ ਪੈਕਟ ਸਾਈਨ ਹੋਇਆ ਹੈ, ਸੋ ਜਿਹਦੇ ਵਿੱਚ ਇੰਡੀਆ ਵੀ ਆਉਂਦਾ ਹੈ। ਸੋ ਦੇ ਆਰ ਦਾ ਲਾਰਜੈਸਟ ਐਕਸਪੋਰਟਰ ਔਰ ਲਾਰਜੈਸਟ ਸਪਲਾਇਰਸ ਆਫ ਆਲ ਥੀਸ। ਮੇਰੇ ਖਿਆਲ 30-35% ਤੋਂ ਉੱਪਰ ਦੀ ਜਿਹੜੀ ਇਕੱਲੇ ਚਾਈਨਾ ਤੋਂ ਸਪਲਾਈ ਹੁੰਦੀ ਹੈ, ਜਿਹੜਾ 32.2% ਜਿਹੜਾ ਹੈ ਉਹਨਾਂ ਦੀ ਟੋਟਲ ਜਿਹੜੀ ਉਹਨਾਂ ਦੀ ਹਿੱਸਾ ਹੈ ਇਹ ਪਿਛਲੇ 2 ਸਾਲਾਂ ਵਿੱਚ ਗਲੋਬਲ ਸਪਲਾਈ ਦੇ ਵਿੱਚ। ਬਿਲਕੁਲ।
ਔਰ ਤੁਸੀਂ ਹੈਰਾਨ ਹੋਣ ਦੀ ਗੱਲ ਹੈ ਕਿ ਇਹ ਸਾਰਾ ਉਹਨਾਂ ਨੇ ਪਿਛਲੇ 2 ਜੋ ਪੈਂਡੈਮਿਕ ਹੈ ਸੀ ਉਸ ਟਾਈਮ ਹੀ ਇਹਨਾਂ ਨੇ ਇਹ ਅਚੀਵ ਕੀਤਾ ਹੈਗਾ। ਹੋਰ ਕੋਈ ਵੀ ਕੰਟਰੀ ਇਸ ਚੀਜ਼ ਦੇ ਨੇੜੇ ਜਿਹੜੇ ਵੀ ਨਹੀਂ ਪਹੁੰਚ ਪਾਇਆ ਹੈਗਾ। ਹਾਂਜੀ ਬਿਲਕੁਲ। ਸੋ ਇਹ ਸਾਰੀਆਂ ਚੀਜ਼ਾਂ ਨੂੰ ਜੇ ਆਪਾਂ ਦੇਖਦੇ ਹੈਗੇ ਤਾਂ ਇਹਨੇ ਕਿਤੇ ਨਾ ਕਿਤੇ ਗਵਰਨਮੈਂਟ ਦੀ ਪਾਲਿਸੀਜ਼, ਗਵਰਨਮੈਂਟ ਦਾ ਜਿਹੜਾ ਵਿਜ਼ਨ ਸੀ ਉਹ ਬਹੁਤ ਉੱਤੇ ਕੰਮ ਆ ਰਿਹਾ ਹੈਗਾ। ਹਾਂ, ਉੱਤੇ ਦੇ ਨੈਗੇਟਿਵ ਪੁਆਇੰਟਸ ਤੇ ਹੁੰਦੇ ਨੇ ਕਿ ਉਹੀ ਮੈਂ ਗੱਲ ਕਰਨ ਲੱਗਾ ਸੀਗਾ ਵੀ ਕਈ ਵਾਰੀ ਬਹੁਤ ਸਾਰੀ ਇਸ ਤਰ੍ਹਾਂ ਦੀ ਵੀ ਚਰਚਾ ਦੇਖਣ ਨੂੰ ਮਿਲਦੀ ਹੈ ਕਿ ਜਿਹੜੇ ਜਿੱਥੇ ਕੰਮ ਕਰਦੇ ਨੇ, ਜਿਹੜੀਆਂ ਫੈਕਟਰੀਜ਼ ਨੇ ਉਹਨਾਂ ਦੇ ਜਿਹੜਾ ਰੱਖ ਰਖਾਵ ਹੈ, ਕਾਮਿਆਂ ਦੀ ਸਿਹਤ ਸੰਭਾਲ ਦਾ ਕੋਈ ਖਿਆਲ ਨਹੀਂ। ਕਿਹਾ ਜਾ ਰਿਹਾ ਵੀ ਜਿਹੜੀ ਉੱਥੇ ਹੈਲਥ ਐਂਡ ਸੇਫਟੀ ਦਾ ਨਾਂ ਦੇ ਬਰਾਬਰ ਹੈ। ਦੇਖੋ ਇਹ ਚੀਜ਼ਾਂ ਇਹ ਬਹੁਤ ਵਰਲਡ ਵਾਸਤੇ ਨੈਗੇਟਿਵ ਸੀ, ਲੇਕਿਨ ਉਹਨਾਂ ਨੇ ਇਸ ਚੀਜ਼ ਨੂੰ ਪੋਜ਼ਿਟਿਵਲੀ ਆਪਣਾ ਯੂਜ਼ ਕਰਕੇ ਆਪਣੇ ਜਿਹੜੀ ਪ੍ਰੋਡਕਸ਼ਨ ਨੂੰ ਇਸ ਲੈਵਲ ਤੱਕ ਪਹੁੰਚਾ ਦਿੱਤਾ ਕਿ ਅੱਜ ਜਿਹੜਾ ਡਿਲੀਵਰੀ ਚਾਰजेस ਨੇ ਉਹ ਇਹ ਕਹਿੰਦੇ ਨੇ ਕਿ $1 ਤੋਂ ਘੱਟ ਹੋਣੇ ਚਾਹੀਦੇ। ਬਿਲਕੁਲ। ਸੋ ਇਹ ਉਹਨਾਂ ਦਾ ਵਿਜ਼ਨ ਦੇਖੋ ਕਿ ਜੇ $1 ਤੋਂ ਘੱਟ ਦਾ ਡਿਲੀਵਰੀ ਚਾਰजेस ਲਾ ਦਿੰਦੇ ਹੈਗੇ ਆ ਤਾਂ ਸੋਚੋ ਵੀ ਉਹ ਕਿੱਥੇ ਕੀ ਚੀਜ਼ ਡਿਲੀਵਰ ਕਰ ਸਕਦੇ ਹੋਣਗੇ। ਕੱਲਾ ਸਿਰਫ ਇਹ ਨਹੀਂ ਕਿ ਜਿਹਦੇ ਵਿੱਚ ਕੱਲਾ ਸਿਰਫ ਉਹ ਇੱਕ ਸਮਾਰਟਫੋਨ ਦੀ ਆਪਾਂ ਗੱਲ ਕਰੀਏ ਜਾਂ ਇਕੱਲਾ ਹੋਰ ਹਰ ਚੀਜ਼ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਹਰ ਚੀਜ਼ ਦੀ ਉਹਨੇ ਜਿਹੜੀ ਡਿਲੀਵਰੀ ਹੈ ਜਾਂ ਉਹਨਾਂ ਦੀ ਮੈਨੂਫੈਕਚਰਿੰਗ ਹੈ ਉਹਨੂੰ ਬੀਟ ਕਰਨਾ ਅੱਜ ਦੀ ਡੇਟ ਵਿੱਚ ਕਿਸੇ ਵੀ ਕੰਟਰੀ ਵਾਸਤੇ ਮੁਸ਼ਕਿਲ ਹੈ ਜੀ। ਬਿਲਕੁਲ ਜੀ, ਅਸੀਂ ਤੁਹਾਡੇ ਨਾਲ ਚਰਚਾ ਕਰ ਰਹੇ ਹਾਂ ਜੋ ਕਿ ਸਪਲਾਈ ਚੇਨ ਦਾ ਮੁੱਦਾ ਹੁਣ ਬੜਾ ਇੱਕ ਭਖਵਾਂ ਮੁੱਦਾ ਬਣਿਆ ਹੋਇਆ ਹੈ। ਪੂਰੀ ਦੁਨੀਆ ਦੇ ਵਿੱਚ ਇਸ ਦੀ ਗੱਲ ਹੁੰਦੀ ਹੈ, ਖਾਸ ਕਰਕੇ ਕੋਵਿਡ ਮਹਾਮਾਰੀ ਤੋਂ ਬਾਅਦ। ਸੋ ਇੱਕ ਬ੍ਰੇਕ ਲੈਂਦੇ ਹਾਂ ਛੋਟੀ ਜਿਹੀ, ਉਸ ਤੋਂ ਬਾਅਦ ਫਿਰ ਇਸ ਚਰਚਾ ਨੂੰ ਇਸੇ ਤਰ੍ਹਾਂ ਜਾਰੀ ਰੱਖਾਂਗੇ। ਕਿਤੇ ਨਾ ਜਾਇਓ, ਦੇਖਦੇ ਰਹੋ ਸਟਾਰ ਟਾਕ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਜੀ। ਤੁਸੀਂ ਦੇਖ ਰਹੇ ਹੋ ਸਟਾਰ ਟਾਕ। ਮੈਂ ਸਿਮਰਤ ਗਰੇਵਾਲ ਤੇ ਮੇਰੇ ਨਾਲ ਅੱਜ ਸਟੂਡੀਓ ਵਿੱਚ ਹਾਜ਼ਰ ਨੇ ਹਰਕੀਰਤ ਜੀ, ਜਿਨ੍ਹਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਸਪਲਾਈ ਚੇਨ ਸੰਬੰਧੀ। ਸਪਲਾਈ ਚੇਨ ਇੱਕ ਵੱਡਾ ਮੁੱਦਾ ਬਣਿਆ ਹੋਇਆ ਹੈ। ਕੋਵਿਡ ਤੋਂ ਬਾਅਦ 2 ਸਾਲ ਕੋਵਿਡ ਦੇ ਹੋ ਚੁੱਕੇ ਨੇ, ਪਰ ਜੋ ਅੱਜ ਹਾਲਾਤ ਬਣੇ ਹੋਏ ਪੂਰੇ ਦੁਨੀਆ ਦੇ ਵਿੱਚ ਬੜੇ ਮਾੜੇ ਹਾਲਾਤ ਨੇ। ਕਿਸੇ ਵੀ ਖੇਤਰ ਵਿੱਚ ਦੇਖ ਲਓ ਤੇ ਉੱਥੇ ਲਗਾਤਾਰ ਜਿਹੜੀਆਂ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਲੋਕਾਂ ਨੂੰ। ਖਾਸ ਕਰਕੇ ਜੇ ਮਹਿੰਗਾਈ ਦੀ ਗੱਲ ਕਰੀਏ ਤੇ ਹਰ ਚੀਜ਼ ਮਹਿੰਗੀ ਹੋ ਗਈ ਹੈ। ਗੱਡੀਆਂ ਜੇ ਗੱਲ ਕਰੀਏ, ਕੋਈ ਸਮਾਂ ਹੁੰਦਾ ਸੀਗਾ ਵੀ ਜਦੋਂ ਡੀਲਰਸ਼ਿਪ ਤੇ ਜਾਂਦੇ ਸੀ ਤਾਂ ਜਿਹੜੇ ਉੱਥੇ ਤੁਹਾਡੇ ਅੱਗੇ ਪਿੱਛੇ ਫਿਰਦੇ ਹੁੰਦੇ ਸੀਗੇ ਵੀ ਦੱਸੋ ਕਿਹੜੀ ਗੱਡੀ ਲੈਣੀ ਹੈ। ਅੱਜ ਹਾਲਾਤ ਇਹ ਹੋਏ ਨੇ ਕਿ ਤੁਸੀਂ ਡੀਲਰਸ਼ਿਪ ਵਿੱਚ ਜਾਓ ਤਾਂ ਤੁਹਾਡੇ ਕੋਲ ਨੇੜੇ ਨਹੀਂ ਆਉਂਦਾ, ਕਿਉਂਕਿ ਉਹਨਾਂ ਦੇ ਕੋਲ ਗੱਡੀਆਂ ਹੀ ਹੈ ਨਹੀਂ ਗੀਆਂ, ਤੇ ਜੇ ਗੱਡੀਆਂ ਹੈ ਨਹੀਂ ਗੀਆਂ ਤਾਂ ਤੁਹਾਨੂੰ ਉਹਨਾਂ ਨੇ ਵੇਚਣਾ ਕੀ ਹੈ। ਸੋ ਬੜੇ ਮਾੜੇ ਹਾਲਾਤ ਬਣੇ ਹੋਏ ਨੇ ਪੂਰੀ ਦੁਨੀਆ ਦੇ ਵਿੱਚ, ਤੇ ਇਹਦੇ ਲਈ ਸਭ ਤੋਂ ਵੱਡਾ ਕਾਰਨ ਹੈ ਜਿਹੜਾ ਉਸ ਨੂੰ ਦੱਸਿਆ ਜਾ ਰਿਹਾ ਉਹ ਹੈ ਸਪਲਾਈ ਚੇਨ, ਜਿਹਦੇ ਬਾਰੇ ਅੱਜ ਤੁਹਾਡੇ ਨਾਲ ਅਸੀਂ ਗੱਲ ਕਰ ਰਹੇ ਹਾਂ। ਤੇ ਮੇਰੇ ਨਾਲ ਸਟੂਡੀਓ ਵਿੱਚ ਹਾਜ਼ਰ ਨੇ ਹਰਕੀਰਤ ਜੀ। ਅੱਛਾ ਹਰਕੀਰਤ ਜੀ, ਆਪਾਂ ਬ੍ਰੇਕ ਤੋਂ ਪਹਿਲਾਂ ਗੱਲ ਕਰ ਰਹੇ ਸੀਗੇ। ਸੋ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਜਿਹਦੇ ਵਿੱਚ ਚਾਈਨਾ ਦੀ ਸਰਦਾਰੀ ਹੈ, ਤੇ ਹੁਣ ਜਿਵੇਂ ਮੈਂ ਗੱਲ ਕੀਤੀ ਹੈ ਵੀ ਗੱਡੀਆਂ ਦੇ ਵਿੱਚ ਵੀ ਜਿਹੜੀ ਹੁਣ ਬੜੀ ਖੜੋਤ ਆਈ ਹੋਈ ਹੈ ਸਪਲਾਈ ਚੇਨ ਦੀ, ਉਹਦੀ ਵੀ ਖੜੀ ਹੋਈ ਹੈ। ਤੇ ਇੱਕ ਵੱਡਾ ਕਾਰਨ ਦੱਸਿਆ ਜਾ ਰਿਹਾ ਵੀ ਜਿਹੜੀ ਉਹਦੇ ਵਿੱਚ ਮਾਈਕਰੋਚਿਪ ਪੈਂਦੀ ਹੈ। ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ, ਤੁਸੀਂ ਉਹਦੇ ਬਾਰੇ ਕੁਝ ਮਾੜਾ ਜਿਹਾ ਖੁਲਾਸਾ ਕਰੋ ਦਰਸ਼ਕਾਂ ਦੇ ਨਾਲ। ਜਿਹੜਾ ਸਮਾਰਟਫੋਨ ਹੈ ਉਹ ਸਮਾਰਟ ਉਹਦੇ ਚਿਪ ਪੈਂਦੀ ਹੈ, ਸੈਮੀਕੰਡਕਟਰ ਕਹਿ ਦਈਏ। ਤੁਸੀਂ ਹੈਰਾਨ ਹੋਵੋਗੇ ਕਿ ਜਿਹੜੇ ਪ੍ਰਿੰਟਡ ਸਰਕਟ ਬੋਰਡ ਹੁੰਦੇ ਨੇ, ਹਾਂਜੀ, ਅਮਰੀਕਾ ਵਿੱਚ ਉਹ ਬਣਦੇ ਸੀ, US ਹਾਂ, ਕਹਿੰਦੇ ਕੋਈ ਸਮਾਂ ਹੁੰਦਾ ਸੀ ਜਦੋਂ ਅਮਰੀਕਾ ਦੇ ਵਿੱਚ ਹੀ ਬਣਦੇ ਸੀ। ਅੱਜ ਸਿਰਫ ਉਹਨਾਂ ਦੀ ਜਿਹੜੀ ਟੋਟਲ ਪ੍ਰੋਡਕਸ਼ਨ 26% ਰਹਿ ਗਈ ਹੈ, ਬਾਕੀ ਜਿਹੜੀ ਸਾਰੇ ਉਹਨਾਂ ਨੇ ਚਾਈਨਾ ਦੇ ਕੋਲ ਚਲੀ ਗਈ। ਚਾਈਨਾ ਦੇ ਕੋਲ ਨਹੀਂ, ਚਾਈਨਾ ਦਾ 60% ਜਿਹੜਾ ਉਹ ਉੱਥੋਂ ਚਾਈਨਾ ਸਪੋਰਟ ਕਰ ਰਿਹਾ ਹੈ ਮੈਨੂਫੈਕਚਰ ਕਰਕੇ। ਹੁਣ ਜਿਹੜੇ ਸਮਾਰਟ ਚਿਪਸ ਹੈਗੇ ਆ, ਸੈਮੀ ਕੰਡਕਟਰਸ ਹੈ ਨੇ, ਉਹ ਫਾਈਟਰ ਜੈਟਸ ਤੋਂ ਲੈ ਕੇ ਕਾਰਸ ਦੇ ਵਿੱਚ, EVs ਦੇ ਵਿੱਚ ਸਭ ਜਗ੍ਹਾ ਉਹ ਪੈਂਦੇ ਨੇ। ਸੋ ਉਹਨਾਂ ਦੀ ਪ੍ਰੋਡਕਸ਼ਨ ਇੰਨੀ ਜ਼ਿਆਦਾ ਡਿਪੈਂਡੈਂਟ ਹੋ ਗਿਆ US ਜਾਂ ਬਾਕੀ ਸਾਰਾ ਨਾਰਥ ਅਮਰੀਕਾ ਚਾਈਨਾ ਦੇ ਉੱਪਰ ਕਿ ਤੁਸੀਂ 1 ਤੋਂ 1.5 ਸਾਲ ਤੱਕ ਦੀ ਇੱਕ ਗੱਡੀ ਦੀ ਜਿਹੜੀ ਹੈ ਉਹ ਵੇਟ ਚੱਲ ਰਹੀ ਹੈ। ਹਾਂਜੀ, ਬਿਲਕੁਲ। ਈਵਨ ਕੰਪਿਊਟਰਸ ਤੋਂ ਲੈ ਕੇ ਸਮਾਰਟ ਹਰ ਚੀਜ਼ ਤੋਂ ਲੈ ਕੇ ਜੋ ਉਹਨਾਂ ਦੀ ਪ੍ਰੋਡਕਸ਼ਨ ਹੈ ਉਹ ਇੰਨੀ ਜ਼ਿਆਦਾ ਡਿਪੈਂਡੈਂਟ ਕਰ ਲਈ ਹੈ, ਔਰ ਚਾਈਨਾ ਇਸ ਚੀਜ਼ ਦਾ ਬਹੁਤ ਜ਼ਿਆਦਾ ਫਾਇਦਾ ਚੱਕ ਰਿਹਾ ਹੈਗਾ। ਔਰ ਉਹਨੂੰ ਚੱਕਣਾ ਵੀ ਚਾਹੀਦਾ ਹੈਗਾ, ਕਿਉਂਕਿ ਉਹਨਾਂ ਦੇ ਹੱਥ ਵਿੱਚ ਅਸੀਂ ਆਪਣਾ ਜਿਹੜੀ ਪਾਵਰ ਹੈ ਉਹਨਾਂ ਦੇ ਹੱਥ ਵਿੱਚ ਦੇ ਦਿੱਤੀ ਹੈ ਉਸ ਚੀਜ਼ ਦੀ। ਔਰ ਹੁਣ ਜੇ ਆਪਾਂ ਗੱਲ ਕਰੀਏ ਵੀ ਚਾਈਨਾ ਉਸ 'ਚ ਉਹਨਾਂ ਨੂੰ ਫਾਇਦਾ ਕੀ ਹੁੰਦਾ ਹੈਗਾ, ਇਹ ਸਾਰਾ ਜਦ ਚਾਈਨਾ ਜਿਹੜਾ ਹੈ ਜਦ ਐਕਸਪੋਰਟ ਸਾਡੀ ਸਪਲਾਈ ਚੇਨ ਕਰਦਾ ਹੈਗਾ ਤਾਂ ਉਹ ਬਹੁਤ ਸਾਰੀ ਕੰਟਰੀਜ਼ ਦੇ ਇੰਟਰਨਲ ਪਾਲਿਸੀਜ਼ ਵਿੱਚ ਵੀ ਇੰਟਰਫੇਅਰ ਕਰਦਾ ਹੈਗਾ। ਬਿਲਕੁਲ, ਉਹੀ ਮੈਂ ਤੁਹਾਡੇ ਨਾਲ ਅੱਗੇ ਗੱਲ ਕਰਨਾ ਚਾਹੁੰਦਾ ਸੀਗਾ ਵੀ ਚਾਈਨਾ ਜੋ ਅੱਜ ਕੱਲ੍ਹ ਖਬਰਾਂ ਇਹ ਵੀ ਆ ਰਹੀਆਂ ਨੇ ਵੀ ਚਾਈਨਾ ਜਿਨ੍ਹਾਂ ਦੇਸ਼ਾਂ ਦੀ ਮਦਦ ਕਰ ਰਿਹਾ ਉਹਨਾਂ ਦੇ ਪੋਲੀਟੀਕਲ ਅਤੇ ਸੋਸ਼ਲ ਸਿਸਟਮ ਦੇ ਵਿੱਚ ਵੀ ਦਖਲਅੰਦਾਜ਼ੀ ਕਰ ਰਿਹਾ। ਬਿਲਕੁਲ, ਉਹ ਚੀਜ਼ ਬਹੁਤ ਜ਼ਿਆਦਾ ਜਿਹੜੀ ਅਲਾਰਮਿੰਗ ਬਣੀ ਹੋਈ ਹੈਗੀ ਹੈ। ਹੁਣ ਜਿਵੇਂ ਆਪਾਂ ਗੱਲ ਕਰੀਏ, ਤੁਸੀਂ ਗੱਲ ਕਰ ਰਹੇ ਸੀ ਕਿ EVs ਦੀ ਬਾਤ, ਜਿਹੜੇ ਇਲੈਕਟ੍ਰੀਕਲ ਵਹੀਕਲਸ ਹੈ ਨੇ, ਸੋ 3 ਤਰ੍ਹਾਂ ਦੀ ਜਿਹੜੀ ਬੈਟਰੀਜ਼ ਵਿੱਚ ਜਿਹੜਾ ਯੂਜ਼ ਹੁੰਦਾ ਹੈਗਾ, ਇੱਕ ਹੁੰਦਾ ਲਿਥੀਅਮ ਔਰ ਕੋਬਾਲਟ ਔਰ ਗ੍ਰੇਫਾਈਟ। ਇਹ 60% ਜਿਹੜਾ ਹੈ ਲਿਥੀਅਮ ਉਹ ਉੱਥੇ ਮਾਈਨ ਕਰਦਾ, ਅੱਛਾ ਜੀ, ਔਰ 86% ਤੋਂ ਲੈ ਕੇ ਉਹ ਉੱਥੇ ਜਿਹੜਾ ਕੋਬਾਲਟ ਮਾਈਨ ਕਰਦਾ,
ਔਰ 68% ਜਿਹੜਾ ਉਹ ਗ੍ਰੈਫਾਈਟ ਮਾਈਨ ਕਰਦਾ ਹੈ। ਉਹ ਇਹ ਟੋਟਲ ਵਰਲਡ ਪ੍ਰੋਡਕਸ਼ਨ ਦਾ ਜਿਹੜਾ ਹੈ, ਔਰ ਤੁਸੀਂ ਹੈਰਾਨ ਹੋਵੋਗੇ ਕਿ ਉਹਨਾਂ ਦੀ ਜਿਹੜੀ ਪ੍ਰੋਡਕਸ਼ਨ ਆਫ EVs ਨੇ ਉਹ ਅਮਰੀਕਾ ਤੋਂ ਘੱਟੋ ਘੱਟ ਡਬਲ ਹੋ ਗਈਆਂ ਨੇ। ਅੱਛਾ ਜੀ। ਜੇ 15,000 ਉਹ ਪ੍ਰੋਡਿਊਸ ਕਰ ਰਿਹਾ ਹੈਗਾ US, ਤਾਂ ਚਾਈਨਾ 27,000 EVs ਨੂੰ ਪ੍ਰੋਡਿਊਸ ਕਰਦਾ ਹੈਗਾ ਐਜ਼ ਕੰਪੇਅਰ ਟੂ US। ਠੀਕ ਹੈ। ਹੁਣ ਤੁਸੀਂ ਸੋਚੋ ਵੀ ਉਹ ਤਾਂ ਬਹੁਤ ਅੱਗੇ ਨਿਕਲ ਗਿਆ ਹੈ। ਸੋ ਕਹਿਣ ਦਾ ਭਾਵ ਇਹ ਹੈ ਕਿ ਜੋ ਉਹਨਾਂ ਦੀ EV ਪ੍ਰੋਡਕਸ਼ਨ ਹੈਗੀ ਹੈ ਉਹਦੇ ਨਾਲ, ਔਰ ਉਹਨਾਂ ਨੇ ਉਹਦੀ ਗਵਰਨਮੈਂਟ ਜਿਹੜੀ ਪਾਲਿਸੀ ਹੈ, ਤੁਸੀਂ ਦੇਖੋ ਵੀ ਕੈਨੇਡਾ ਦੇ ਵਿੱਚ ਕੀ ਹੁੰਦਾ ਜਾਂ US ਵਿੱਚ ਕੀ ਹੁੰਦਾ, ਜਾਂ ਤੁਸੀਂ ਕੋਈ ਵੀ EV ਲੈਣ ਚਾਹੁੰਦੇ ਹੋ, ਇਲੈਕਟ੍ਰੀਕਲ ਵਹੀਕਲ ਲੈਣੇ, ਤੁਹਾਨੂੰ $7,000 ਦਾ ਤੁਹਾਨੂੰ ਉਹ ਰਿਬੇਟ ਦਿੰਦੇ ਬਿਲਕੁਲ। ਬਟ US ਚਾਈਨਾ ਦੇ ਵਿੱਚ ਉਹ ਕੀ ਹੁੰਦਾ ਕਿ ਉਹਨਾਂ ਵਾਸਤੇ $15,000 ਦਾ ਰਿਬੇਟ ਹੈ, ਮਤਲਬ ਆਲਮੋਸਟ ਡਬਲ ਹੈ। ਔਰ ਕਈ ਵਾਰ ਤਾਂ ਉਹਨਾਂ ਦੀ ਜਿਹੜੀ ਕਾਸਟ ਹੁੰਦੀ ਹੈ, ਕਾਰ ਦੀ ਜਿਹੜੀ ਕਾਸਟ ਹੈ, ਜੇ ਉਹ US ਵਿੱਚ ਵੇਚਣਾ ਚਾਹਣਗੇ, ਜਿਹੜੀ ਚਾਈਨਾ ਮੇਡ ਕਾਰ ਹੈ, ਉਹ $15,000 ਦੀ ਵੇਚ ਸਕਦੇ ਨੇ। ਐਂਡ ਉਹਨਾਂ ਵਾਸਤੇ ਸਪੈਸ਼ਲ ਸੜਕਾਂ ਵੀ, ਜੇ ਸੜਕਾਂ ਤੇ ਵੀ ਉਹਨਾਂ ਨੂੰ ਮਿਲਦਾ ਹੈਗਾ ਚਾਂਸ ਕਿ ਠੀਕ ਹੈ ਤੁਸੀਂ ਜਿਹੜੀ ਆ ਸੜਕ ਤੇ ਜਾਓਗੇ ਤਾਂ ਜੇ EV ਹੋਏਗੀ ਤੁਹਾਨੂੰ ਉੱਥੇ ਬੈਨੀਫਿਟ ਬੋਨਸ ਮਿਲੇਗਾ ਉਸ ਚੀਜ਼ ਦਾ। ਮਤਲਬ ਜੇ ਆਪਾਂ ਸਿੱਧੀ ਗੱਲ ਕਰੀਏ ਹਰਕੀਰਤ ਜੀ, ਇਹ ਵੀ ਆ ਵੀ ਚਾਈਨਾ ਨੇ ਪੂਰੀ ਦੁਨੀਆ ਦੇ ਵਿੱਚ ਜਿਹੜਾ ਸਮਾਨ ਇੰਨਾ ਸਸਤਾ ਭੇਜਿਆ ਕਿ ਉਹਦਾ ਕੋਈ ਤੋੜ ਅਜੇ ਤੱਕ ਲੱਭਾ ਹੀ ਨਹੀਂ ਹੋਰ ਦੇਸ਼ਾਂ ਨੂੰ। ਬਿਲਕੁਲ। ਦੇਖੋ ਇਹਦੇ ਵਿੱਚ ਹੁਣ ਬਾਕੀ ਅਲਾਰਮਿੰਗ ਕੰਡੀਸ਼ਨ ਆਈਆਂ ਇਹ ਚੀਜ਼, ਖਾਸ ਕਰਕੇ ਪਿਛਲੇ 2 ਸਾਲ ਵਿੱਚ, ਤਾਂ ਇੱਕ ਕੁਆਡ ਬਣਿਆ ਹੈਗਾ ਜਿਹਦੇ ਵਿੱਚ ਇੰਡੀਆ, ਆਸਟ੍ਰੇਲੀਆ, ਜਾਪਾਨ ਔਰ ਇੱਕ ਸਾਈਡ ਜਿਹੜੇ ਹੋਰ ਸਾਊਥ ਏਸ਼ੀਅਨ ਕੰਟਰੀ ਹੈ ਨੇ, ਜਿਹੜੇ ਕਿ ਉਹਦੇ ਤੋੜ ਵਾਸਤੇ ਇਹ ਕੋਸ਼ਿਸ਼ ਕਰ ਰਹੇ ਨੇ ਕਿ ਜਿਹੜੀਆਂ ਜਿਵੇਂ ਹੁਣ ਜਾਪਾਨ ਨੇ ਕੀ ਕੀਤਾ ਹੈ, ਬਹੁਤ ਸਾਰੀ ਕੰਪਨੀਆਂ ਨੂੰ ਬੋਨਸਸ ਦਿੱਤੇ ਨੇ, ਬਹੁਤ ਸਾਰੀ ਕੰਪਨੀਆਂ ਨੂੰ ਬੈਨੀਫਿਟ ਦੇ ਰਹੇ ਨੇ ਵੀ ਤੁਸੀਂ ਚਾਈਨਾ ਤੋਂ ਬਾਹਰ ਆ ਕੇ ਬਾਕੀ ਜਗ੍ਹਾ ਤੁਸੀਂ ਉਸ ਚੀਜ਼ ਨੂੰ ਪ੍ਰੋਡਕਸ਼ਨ ਸ਼ੁਰੂ ਕਰੋ। ਮੇਰੇ ਬਹੁਤ ਸਾਰੀਆਂ ਕੰਪਨੀਆਂ ਨੇ ਜਦੋਂ ਰੌਲਾ ਪਿਆ ਚਾਈਨਾ ਨੂੰ ਛੱਡਿਆ ਵੀ ਆ ਮੇਰੇ ਖਿਆਲ। ਬਿਲਕੁਲ ਛੱਡਿਆ ਹੈਗਾ, ਘੱਟੋ ਘੱਟ 27 ਜਿਹੜੀਆਂ ਕੰਪਨੀਆਂ ਨੇ ਉਹ ਛੱਡ ਕੇ ਜਾ ਚੁੱਕੀਆਂ ਹੈਗੀਆਂ ਨੇ। ਠੀਕ ਹੈ। ਲੇਕਿਨ ਮੈਂ ਇਹ ਸ਼ਾਇਦ ਘੱਟ ਤੋਂ ਜੇ ਆਪਾਂ 2-3 ਮਹੀਨੇ ਪਹਿਲਾਂ ਇਹ ਪ੍ਰੋਗਰਾਮ ਇੱਕ ਕੀਤਾ ਸੀ, ਉਹਦੇ 'ਚ ਮੈਂ ਗੱਲ ਕੀਤੀ ਸੀ ਕਿ ਇੰਡੀਆ ਨੂੰ ਇਸ ਚੀਜ਼ ਦਾ ਬਹੁਤ ਫਾਇਦਾ ਚੱਕਣਾ ਚਾਹੀਦਾ ਹੈਗਾ। ਜੇ ਉੱਥੇ ਦੀ ਗਵਰਨਮੈਂਟ ਇਸ ਚੀਜ਼ ਵੱਲ ਧਿਆਨ, ਵੈਸੇ ਤਾਂ ਇਸ ਗਵਰਨਮੈਂਟ ਇਸ ਵੱਲ ਧਿਆਨ ਜ਼ਰੂਰ ਦੇ ਰਹੀ ਹੈਗੀ ਹੈ, ਦਿਸ ਇਜ਼ ਦਾ ਰਾਈਟ ਟਾਈਮ ਕਿ ਉੱਥੇ ਪ੍ਰੋਡਕਸ਼ਨ ਫੈਸਿਲਿਟੀਜ਼ ਨੂੰ ਬੜਾਵਾ ਦਿੱਤਾ ਜਾਵੇ। ਜਿਹੜੇ ਵੀ ਜਿਹੜੀਆਂ ਸਰਕਾਰਾਂ, ਖਾਸ ਕਰਕੇ ਜਿਹੜੀਆਂ ਰਾਜ ਸਰਕਾਰਾਂ ਹੈਗੀਆਂ ਨੇ ਜਾਂ ਜਿਹੜੀਆਂ ਲੋਕਲ ਸਰਕਾਰਾਂ ਹਨ, ਉਹਨਾਂ ਨੂੰ ਇਹ ਚਾਹੀਦਾ ਕਿ ਉਹ ਜਿਹੜੀ ਵੀ ਮਲਟੀਨੈਸ਼ਨਲ ਕੰਪਨੀਜ਼ ਹੈ ਨੇ ਉਹਨਾਂ ਨੂੰ ਆਉਣ ਦੇਣ, ਉਹਨਾਂ ਵਾਸਤੇ ਸੁਖਾਵਾਂ ਜਿਹੜਾ ਹੈ ਐਟਮੋਸਫੇਅਰ ਕ੍ਰੀਏਟ ਕਰਨ, ਉਹਨਾਂ ਨੂੰ ਬੈਨੀਫਿਟਸ ਦੇਣ, ਤਾਂ ਕਿ ਉੱਥੇ ਦੀ ਜਿਹੜੀ ਲੋਕਲ, ਉੱਥੇ ਜਿਹੜੀ ਦੇਖੋ ਮੇਨ ਗੱਲ ਕੀ, ਜਦ ਕੰਪਨੀ ਉੱਥੇ ਆਏਗੀ ਉੱਥੇ ਇੰਪਲੋਇਮੈਂਟ ਜਨਰੇਟ ਹੋਏਗੀ। ਜਦ ਇੰਪਲੋਇਮੈਂਟ ਜਨਰੇਟ ਹੋਏਗੀ ਤਾਂ ਉਹਦੇ ਨਾਲ ਜਿਹੜੇ ਬਾਈ ਪ੍ਰੋਡਕਟਸ ਹੁੰਦੇ ਨੇ, ਉਹ ਇੱਕ ਕੰਪਨੀ ਨਾਲ ਬਾਕੀ ਬਾਈ ਪ੍ਰੋਡਕਟ ਵੀ ਆਉਂਦੇ ਨੇ, ਹੋਰ ਇੰਪਲੋਇਮੈਂਟ ਜਨਰੇਟ ਹੁੰਦੀ ਹੈਗੀ ਹੈ। ਜਦ ਇੱਕ ਲੋਕਲ ਜਗ੍ਹਾ ਤੇ ਇੱਕ ਕੰਪਨੀ ਕੋਈ ਆ ਕੇ ਲੱਗਦੀ ਹੈਗੀ ਹੈ, ਜਦ ਉੱਥੇ ਇੰਪਲੋਇਮੈਂਟ ਜਨਰੇਟ ਹੁੰਦੀ ਹੈ ਤਾਂ ਉੱਥੇ ਸਕੂਲ, ਬਾਕੀ ਫੈਸਿਲਿਟੀਜ਼, ਬਾਕੀ ਬਹੁਤ ਸਾਰੇ ਬਿਜ਼ਨੈਸਿਸ ਨਾਲ ਵੀ ਗਰੋ ਕਰਦੇ ਨੇ। ਬਿਲਕੁਲ। ਲੇਕਿਨ ਆਪਾਂ ਇੱਕ ਬਹੁਤ ਛੋਟੇ ਮਸਲੇ ਨੂੰ ਲੈ ਕੇ ਹੀ ਉੱਥੇ ਉਲਝ ਜਾਂਦੇ ਹਾਂ, ਇਸ ਤੱਕ ਸੋਚਦੇ ਹੀ ਨਹੀਂ ਹੈਗੇ। ਸੋ ਛੋਟੀਆਂ ਜਿਹੜੀਆਂ ਆਮ ਸਰਕਾਰਾਂ ਹੈਗੀਆਂ ਉਹਨਾਂ ਨੂੰ ਇਸ ਚੀਜ਼ ਬਾਰੇ ਜ਼ਰੂਰ ਧਿਆਨ ਦੇਣਾ ਚਾਹੀਦਾ ਹੈਗਾ। ਜੇ ਆਪਾਂ ਕੋਈ ਵੀ ਉੱਥੇ ਵੀ ਮਾਹਿਰ ਬੈਠੇ ਨੇ, ਉਹ ਵੀ ਇਸ ਚੀਜ਼ ਨੂੰ ਜ਼ਰੂਰ ਬਹੁਤ ਵਧੀਆ ਤਰੀਕੇ ਨਾਲ ਸਮਝਦੇ ਹੋਣਗੇ ਇਸ ਚੀਜ਼ ਨੂੰ। ਬਿਲਕੁਲ ਜੀ। ਸੋ ਜਾਪਾਨ, ਆਸਟ੍ਰੇਲੀਆ ਔਰ ਇੰਡੀਆ, ਇਹਨਾਂ ਨਾਲ 3 ਮੇਨ ਪਲੇਅਰ ਨੇ ਇਹਦੇ 'ਚ ਹੈਗੇ। ਸੋ ਇਸ ਚੀਜ਼ ਵਿੱਚ ਉਹ ਆਪਣਾ ਜਿਹੜਾ ਵੀ ਯੋਗਦਾਨ ਜ਼ਰੂਰ ਪਾ ਰਹੇ ਨੇ ਤਾਂ ਕਿ ਚਾਈਨਾ 'ਤੇ ਡਿਪੈਂਡੈਂਸੀ ਉਹ ਘਟਾਈ ਜਾ ਸਕੇ, ਕਿਉਂਕਿ ਚਾਈਨਾ ਦਾ ਜਿਹੜਾ ਮੇਨ ਕੰਸਰਨ ਜਿਹੜੀ ਚੀਜ਼ ਹੈਗੀ ਹੈ, ਇੱਕ ਤਾਂ ਹੈ ਆਪਾਂ ਗੱਲ ਕਰ ਰਹੇ ਸੀ ਬੈਟਰੀਜ਼, ਰੇਅਰ ਅਰਥ ਮੈਟਲਸ, ਔਰ ਇੱਕ ਹੋਰ ਚੀਜ਼ ਹੈ ਜਿਹਦੀ ਬਾਰੇ ਮੈਂ ਜ਼ਰੂਰ ਗੱਲ ਕਰਨਾ ਚਾਹੁੰਦਾ, ਉਹ AI ਹੈ, ਆਰਟੀਫਿਸ਼ੀਅਲ ਇੰਟੈਲੀਜੈਂਸ। ਬਿਲਕੁਲ। ਐਲਨ ਮਸਕ ਸਾਹਿਬ ਨੇ ਪਿਛਲੇ 2 ਸਾਲ ਪਹਿਲਾਂ ਇਹ ਗੱਲ ਕਰ ਦਿੱਤੀ ਸੀ ਕਿ ਨਾਰਥ ਕੋਰੀਆ ਉਨਾ ਖਤਰਨਾਕ ਨਹੀਂ ਹੈਗਾ ਜਿੰਨਾ AI ਹੈ, ਅਸੀਂ ਉਹਨੂੰ ਬਿਲਕੁਲ ਵੀ ਅਣਦੇਖਾ ਨਹੀਂ ਕਰਨਾ ਚਾਹੀਦਾ ਹੈਗਾ। ਪਰ ਮੈਂ ਕਈ ਵਾਰ ਬਹੁਤ ਸਾਰੇ ਆਰਟੀਕਲ ਲੱਭਣ ਦੀ ਕੋਸ਼ਿਸ਼ ਕਰਦਾ ਹੈਗਾ, ਖਾਸ ਕਰ ਇੰਡੀਆ ਤੋਂ ਜਾਂ ਕੈਨੇਡਾ ਤੋਂ ਵੀ ਕਈ ਚੀਜ਼ਾਂ 'ਤੇ, ਤਾਂ ਲੋਕ ਇਹੋ ਜਿਹੀ ਚੀਜ਼ਾਂ ਵਾਲੇ ਉਲਝੇ ਹੋਏ ਹੈਗੇ ਨੇ ਕਿ ਉਹਨਾਂ ਨੂੰ ਇਸ ਚੀਜ਼ ਬਾਰੇ ਸੋਚਣ ਦਾ ਮੌਕਾ ਹੀ ਨਹੀਂ ਮਿਲ ਰਿਹਾ, ਧਿਆਨ ਹੀ ਹੈ ਨਹੀਂ ਇਸ ਪਾਸੇ। ਔਰ ਜਦ ਮੈਂ ਇਹੀ ਆਰਟੀਕਲਸ ਹਾਂਗਕਾਂਗ ਤੋਂ ਜਾਂ ਚਾਈਨਾ ਤੋਂ ਜਾਂ ਜਾਪਾਨ ਤੋਂ, ਇਹਨਾਂ ਤੋਂ ਮੈਂ ਈਵਨ ਤਾਈਵਾਨ ਤੋਂ ਮੈਂ ਆਰਟੀਕਲ ਦੇਖਦਾ ਹੈਗਾ, ਤਾਂ AI ਬਾਰੇ ਤੁਹਾਨੂੰ ਇੰਨੀ ਵਧੀਆ ਤਰੀਕੇ ਦੇ ਬਹੁਤ ਵਧੀਆ ਆਰਟੀਕਲਸ ਮਿਲਦੇ ਨੇ, ਔਰ ਇੰਨੀ ਐਡਵਾਂਸਮੈਂਟ ਉਹਨਾਂ ਨੇ ਕਰ ਲਈ ਹੈ, ਤੁਸੀਂ ਸੋਚ ਵੀ ਨਹੀਂ ਸਕਦੇ ਉਸ ਚੀਜ਼ ਨੂੰ। ਤੇ ਇਹ ਵੀ ਕਿਹਾ ਜਾ ਰਿਹਾ ਵੀ ਜਿਸ ਤਰ੍ਹਾਂ ਚਾਈਨਾ ਨੇ AI ਡਿਵੈਲਪ ਕੀਤੀ ਹੈ, ਵੀ ਆਉਣ ਵਾਲੇ ਸਮੇਂ 'ਚ ਇਹ ਵੀ ਹੋ ਸਕਦਾ ਹੈ ਵੀ ਜਿਹੜਾ ਅਮਰੀਕਾ ਦਾ ਮਿਲਟਰੀ ਡਾਟਾ ਜੇ ਉਹ ਬ੍ਰੀਚ ਹੋ ਗਿਆ ਤਾਂ ਬਹੁਤ ਵੱਡੇ ਨੁਕਸਾਨ ਝੱਲਣੇ ਪੈ ਸਕਦੇ ਅਮਰੀਕਾ ਨੂੰ। ਕਿਉਂਕਿ ਉਹ ਇਸ ਕਰਕੇ ਆ ਸਿਮਰਤ ਜੀ ਕਿ ਜਦ ਤੁਸੀਂ AI ਨੂੰ ਡਿਵੈਲਪ ਕਰਦੇ ਹੈ ਹੋ ਤਾਂ ਉਹਦੇ ਨਾਲ ਤੁਹਾਡੇ ਜਿਹੜੇ ਆਮ ਮੈਨੂਫੈਕਚਰਿੰਗ ਦੇ ਨਾਲ ਉਹਦੇ ਬਹੁਤ ਰਿਲੇਸ਼ਨ, ਕਲੋਜ਼ ਰਿਲੇਸ਼ਨ ਹੁੰਦੇ ਹੈਗੇ ਨੇ। ਔਰ ਖਾਸ ਕਰ ਜਿਹੜਾ ਨੇਟੋ ਔਰ US ਹੈ, ਇਹ ਇਕੱਠੇ ਮਿਲ ਕੇ ਜਿਹੜੇ ਵੀ ਆਰਮਸ ਡਿਵੈਲਪ ਕਰਦੇ ਨੇ, ਉਹਨਾਂ ਵਿੱਚ ਜਿਹੜੇ ਉਹਨਾਂ ਦਾ ਕਿਤੇ ਨਾ ਕਿਤੇ ਜੇ AI ਦੇ ਵਿੱਚ ਚਾਈਨਾ ਜਾਂ ਉਹਨਾਂ ਸਪਲਾਇਰ ਦੇ ਵਿੱਚ, ਕਿਉਂਕਿ ਮੈਨੂਫੈਕਚਰਿੰਗ ਤਾਂ ਉੱਥੋਂ ਹੀ ਹੋਣੀ ਹੈ। ਬਿਲਕੁਲ।
ਤੇ ਜੇ ਉਹ ਸਪਲਾਈ ਦੇ ਵਿੱਚ ਕਿਤੇ ਨਾ ਕਿਤੇ ਉਹਨਾਂ ਨੂੰ ਉਹ ਬ੍ਰੀਚ ਕਰ ਦਿੰਦਾ ਹੈਗਾ ਦੈਨ ਇਟ ਵਿਲ ਬੀ ਅ ਵੈਰੀ ਬਿਗ ਪ੍ਰੋਬਲਮ। ਇਹ ਯੂਐਸ ਦੀ ਜਿਹੜੀ ਏਜੰਸੀ ਹੈ ਉਸ ਚੀਜ਼ ਨੇ ਅਸੀਂ ਤਕਸੀਦ ਕੀਤੀ ਹੈ। ਸੋ ਕਹਿਣ ਦਾ ਭਾਵ ਇਹ ਹੈ ਕਿ ਅਸੀਂ ਕਿਉਂ ਨਹੀਂ ਉਸ ਤਰ੍ਹਾਂ ਸੋਚਦੇ ਹੈਗੇ, ਸਾਡੀ ਗਵਰਨਮੈਂਟ ਕਿਉਂ ਨਹੀਂ ਇਸ ਤਰ੍ਹਾਂ ਸੋਚ ਸਕਦੀ ਹੈਗੀ। ਸਾਡੀ ਤਾਂ ਮੇਰੇ ਭੈਣ ਕਾਲ ਜੀ ਡਿਵੈਲਪਿੰਗ ਜਿਹੜੇ ਕੰਟਰੀ ਨੇ ਸਾਡੇ ਬੈਕ ਹੋਮ ਜੋ ਗਵਰਨਮੈਂਟਸ ਨੇ ਉਹ ਕਿਸ ਤਰ੍ਹਾਂ ਨਹੀਂ ਸੋਚਦੀਆਂ ਹੈਗੀਆਂ। ਬਿਲਕੁਲ, ਖਾਸ ਕਰਕੇ ਜੇ ਆਪਾਂ ਭਾਰਤ ਦੀ ਗੱਲ ਕਰੀਏ ਤੇ ਜੋ ਅੱਜ ਦੇ ਹਾਲਾਤ ਬਣੇ ਹੋਏ ਨੇ, ਕਿਉਂਕਿ ਪੈਂਡੈਮਿਕ ਤੋਂ ਬਾਅਦ ਜਿਵੇਂ ਤੁਸੀਂ ਵੀ ਗੱਲ ਕੀਤੀ ਹੈ ਵੀ ਚਾਈਨਾ ਨੇ ਇਸ ਦਾ ਕਾਫੀ ਫਾਇਦਾ ਲਿਆ। ਹਾਲਾਂਕਿ ਪੈਂਡੈਮਿਕ ਨੂੰ ਦਾ ਸਿੱਧਾ ਜਿਹੜਾ ਇਲਜ਼ਾਮ ਚਾਈਨਾ ਤੇ ਲੱਗਾ ਸੀਗਾ ਵੀ ਉੱਥੋਂ ਹੀ ਇਹ ਜਿਹੜਾ ਸਾਰਾ ਕੰਮ ਸ਼ੁਰੂ ਹੋਇਆ, ਪਰ ਬਾਵਜੂਦ ਇਸ ਦੇ ਜਿਹੜਾ ਹੋਇਆ ਉਲਟ ਕਿ ਚਾਈਨਾ ਨੂੰ ਉਸ ਦਾ ਨੁਕਸਾਨ ਘੱਟ ਸਮਾਂ ਫਾਇਦਾ ਜ਼ਿਆਦਾ ਹੋਇਆ। ਸੋ ਭਾਰਤ ਵਰਗੇ ਦੇਸ਼ਾਂ ਨੇ ਕਿਉਂ ਨਹੀਂ ਇਸ ਦਾ ਫਾਇਦਾ ਲਿਆ? ਬਿਲਕੁਲ, ਦੇਖੋ ਮੈਂ ਇੱਕ ਜਗ੍ਹਾ ਪੜ੍ਹ ਰਿਹਾ ਸੀ ਕਿ ਐਟ ਯੂਐਸ ਔਰ ਕੈਨੇਡਾ ਦੀਆਂ ਆਲਮੋਸਟ 50 to 70 ਕੰਪਨੀਆਂ ਬੰਦ ਹੋ ਗਈਆਂ ਨੇ ਸਿਰਫ ਇਸ ਕਰਕੇ ਕਿ ਉਹ ਸਪਲਾਈ ਚੇਨ ਜਿਹੜੀ ਹੈ ਉਹ ਰੁਕੀ ਪਈ ਸੀ ਸ਼ੰਘਾਈ ਦੇ ਵਿੱਚ ਜਾਂ ਜ਼ੀਰੋ ਟੋਲਰੈਂਸ ਵਿੱਚ ਕਰਕੇ ਉਹਨਾਂ ਨੇ ਬੰਦ ਕੀਤਾ ਸੀ, ਬੰਦ ਕਰ ਦਿੱਤੀਆਂ ਸੀ। ਤਾਂ ਹਜ਼ਾਰਾਂ ਕੰਟੇਨਰ ਉੱਥੇ ਖੜੇ ਸੀ ਜਿਨ੍ਹਾਂ ਕੋਲ ਫਿਨਿਸ਼ਡ ਗੁੱਡਸ ਹੈ ਸੀ ਲੇਕਿਨ ਉਹ ਪਹੁੰਚ ਨਹੀਂ ਪਾਏ। ਉਹ ਜਦ ਪਹੁੰਚ ਨਹੀਂ ਪਾਏ ਤਾਂ ਉਹਦੀ ਪੇਮੈਂਟ ਨਹੀਂ ਹੋਈ, ਤਾਂ ਪੇਮੈਂਟ ਨਹੀਂ ਹੋਈ ਤਾਂ ਉਹ ਗੁੱਡਸ ਬੇਕਾਰ ਹੋ ਗਏ। ਬਿਲਕੁਲ। ਸੋ ਕਹਿਣ ਦਾ ਇਹ ਗੱਲ ਹੈ ਕਿ ਅਸੀਂ ਉਸ ਚੀਜ਼ ਬਾਰੇ ਜ਼ਰੂਰ ਕੰਮ ਕਰਨਾ ਚਾਹੀਦਾ ਹੈਗਾ, ਸਾਡੀ ਗਵਰਨਮੈਂਟ ਜ਼ਰੂਰ ਕੰਮ ਕਰਨਾ ਚਾਹੀਦਾ। ਅਸੀਂ ਉੱਥੇ ਦੀ ਬਜਾਏ ਇੱਥੇ ਆਪਣਾ ਜਿਹੜੀ ਕੰਪਨੀਜ਼ ਹੈ ਨੇ ਗਵਰਨਮੈਂਟ ਸਬਸਿਡਾਈਜ਼ ਕਰੇ ਉਹਨੂੰ ਚੀਜ਼ ਨੂੰ, ਔਰ ਲੋਕਲ ਲੋਕਾਂ ਨੂੰ ਜਿਹੜਾ ਹੈ ਲੋਕਲ ਮੈਨੂਫੈਕਚਰਿੰਗ ਸ਼ੁਰੂ ਕੀਤੀ ਜਾਵੇ। ਔਰ ਹਾਂ, ਉਹਦੇ ਨਾਲ ਕੀ ਹੋਊਗਾ ਕਿ ਜੇ ਸਬਸਿਡਾਈਡ ਹੋਏਗੀ ਤਾਂ ਉਹਨਾਂ ਨੂੰ ਜਿਹੜਾ ਪ੍ਰੋਫਿਟ ਆਫ ਜਿਹੜੀ ਕੰਪਨੀ ਹੈਗੀ ਹੈ ਉਹ ਆਪਣੇ ਪ੍ਰੋਫਿਟ ਨੂੰ ਆਪਣਾ ਉਨਾ ਹੀ ਰੱਖਣਗੇ, ਲੇਕਿਨ ਲੋਕਲ ਲੋਕਾਂ ਨੂੰ ਇੰਪਲੋਇਮੈਂਟ ਮਿਲੇਗੀ। ਦੇਖੋ ਹਾਂ, ਜੋ ਹੁਣ ਤੁਸੀਂ ਗੱਲ ਕਰ ਰਹੇ ਹੋ ਬਿਲਕੁਲ ਠੀਕ ਹੈ, ਕਿਉਂ ਜੋ ਅੱਜ ਦੇ ਹਾਲਾਤ ਬਣੇ ਹੋਏ ਨੇ, ਜੋ ਜਿਸ ਤਰ੍ਹਾਂ ਮਹਿੰਗਾਈ ਹੁਣ ਵਧੀ ਹੋਈ ਹੈ, ਕੋਈ ਸਮਾਂ ਹੁੰਦਾ ਸੀਗਾ ਇਹਨਾਂ ਦੇਸ਼ਾਂ ਦੇ ਵਿੱਚ ਵੀ ਉਹ ਸਾਰਾ ਕੁਝ ਇੱਥੇ ਬਣਾਇਆ ਜਾਂਦਾ ਸੀ, ਸੋ ਉਸ ਨੂੰ ਮੁੜ ਕੇ ਕਿਉਂ ਨਹੀਂ ਸ਼ੁਰੂ ਕੀਤਾ ਜਾ ਸਕਦਾ? ਟਰੰਪ ਸਾਹਿਬ ਨੇ ਇਹ ਚੀਜ਼, ਤੁਸੀਂ ਹੈਰਾਨ ਹੋਵੋਗੇ, ਮੈਂ ਉੱਥੇ ਦਾ ਇੱਕ ਆਰਟੀਕਲ ਪੜ੍ਹ ਰਿਹਾ ਸੀ ਕਿ ਘੱਟੋ ਘੱਟ ਉਹਨਾਂ ਨੇ 60 to 70 ਕਹਿ ਲਓ ਕੰਪਨੀ ਜਿਹੜੀਆਂ ਹੈ ਸੀ ਉੱਥੇ ਖੁਦ ਅਮਰੀਕਾ ਦੇ ਵਿੱਚ ਉਹਨਾਂ ਨੇ ਮੈਨੂਫੈਕਚਰਿੰਗ ਦੁਆਰਾ ਸ਼ੁਰੂ ਕਰ ਦਿੱਤੀ ਸੀ। ਬਿਲਕੁਲ। ਸੋ ਉਹ ਕਹਿੰਦੇ ਸੀ ਕਿ ਮੇਕ ਅਮਰੀਕਾ ਗ੍ਰੇਟ ਅਗੇਨ। ਸੋ ਉਹਦਾ ਮਤਲਬ ਇਹ ਸੀ ਕਿ ਅਸੀਂ ਜਿਹੜੀ ਪ੍ਰੋਡਕਸ਼ਨ ਹੈ ਜੇ ਇੱਥੇ ਹੋਏਗੀ ਤਾਂ ਡੈਫੀਨੇਟਲੀ ਇੱਥੇ ਦੀ ਲੋਕਾਂ ਨੂੰ ਮੋਰ ਇੰਪਲੋਇਮੈਂਟ ਮਿਲੇਗੀ, ਔਰ ਸਭ ਤੋਂ ਵੱਡੀ ਗੱਲ ਉਹਦੀ ਸਿਕਿਉਰਿਟੀ ਬ੍ਰੀਚ ਨਹੀਂ ਹੋਏਗੀ, ਔਰ ਦੂਸਰੀ ਗੱਲ ਉਹਨਾਂ ਦਾ ਜੋ ਕੁਆਲਿਟੀ ਆਫ ਦਾ ਪ੍ਰੋਡਕਟ ਹੋਏਗਾ ਉਹ ਫਾਰ ਬੈਟਰ ਹੋਏਗਾ ਐਜ਼ ਕੰਪੇਅਰ ਟੂ ਦੇਅਰ ਮੈਨੂਫੈਕਚਰਡ ਇਨ ਚਾਈਨਾ। ਹਾਂ ਬਿਲਕੁਲ, ਕਿਉਂਕਿ ਜੋ ਅੱਜ ਕੱਲ੍ਹ ਜੇ ਆਪਾਂ ਗੱਲ ਕਰੀਏ ਚਾਈਨਾ ਦੀ, ਜਦੋਂ ਪ੍ਰੋਡਕਟ ਦੀ ਗੱਲ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਇਹੀ ਹੁੰਦਾ ਵੀ ਜੀ ਉਹ ਪ੍ਰੋਡਕਟ ਸਸਤਾ ਵੀ ਆ ਤੇ ਉਹ ਇੰਨਾ ਵਧੀਆ ਕੁਆਲਿਟੀ ਦਾ ਵੀ ਨਹੀਂ ਹੋਣਾ। ਦੇਖੋ ਹਰ ਜਿਹੜੀ ਗਵਰਨਮੈਂਟ ਹੈ ਉਹ ਆਪਣੇ ਹਿਸਾਬ ਨਾਲ ਚੱਲਦੀ ਹੈ। ਉਹਨਾਂ ਦੀ ਗਵਰਨਮੈਂਟ ਦੀ ਪਾਲਿਸੀ ਇਹ ਕਹਿੰਦੀ ਹੈ ਕਿ ਯੂ ਟੈਲ ਅਸ ਵਾਟ ਯੂ ਵਾਂਟ, ਵੀ ਵਿਲ ਗਿਵ ਯੂ ਦੈਟ ਕੁਆਲਿਟੀ। ਜੇ ਅਸੀਂ ਆਈਫੋਨ ਦੀ ਕੁਆਲਿਟੀ ਦੇ ਨਾਲ ਕੰਪਰੋਮਾਈਜ਼ ਨਹੀਂ ਕਰ ਸਕਦੇ ਹੈਗੇ ਦੈਨ ਵਾਈ ਵੀ ਆਰ ਗੋਇੰਗ ਟੂ ਕੰਪਰੋਮਾਈਜ਼ ਵਿਦ ਸਮ ਐਨੀਥਿੰਗ ਐਲਸ ਜਿਹੜੀ ਬਾਕੀ ਦੀ ਕੁਆਲਿਟੀ ਨਾਲ ਕਿਵੇਂ ਕੰਪਰੋਮਾਈਜ਼ ਕਰਾਂਗੇ। ਬਿਲਕੁਲ। ਸੋ ਇਹ ਤਾਂ ਬਾਕੀ ਲੋਕਾਂ ਦੀ ਗੱਲ ਹੈ ਕਿ ਉਹ ਲੈਣਾ ਕੀ ਚਾਹੁੰਦੇ ਨੇ। ਹੁਣ ਇੱਕ ਜੇ ਤੁਸੀਂ ਹੁਣ ਦੱਸੋਗੇ ਕਿ ਮੇਰੀ ਜਿਹੜੀ ਕਾਸਟ ਮੇਰਾ ਜਿਹੜਾ ਕੰਸਰਨ ਹੈ ਉਹ ਕਾਸਟ ਨਾਲ ਰਿਲੇਟਡ ਹੈਗਾ ਤੇ ਮੈਂ ਤਾਂ ਸਿਰਫ ਇੰਨੀ ਹੀ ਕਾਸਟ ਦੇਣਾ ਚਾਹੁੰਦਾ ਹੈਗਾ, ਤਾਂ ਉਹ ਤੁਹਾਨੂੰ ਉਹ ਗੁੱਡ ਬਣਾ ਕੇ ਦੇ ਦੇਣਗੇ। ਬਿਲਕੁਲ। ਜਿਹੜਾ ਕਿ ਵਨ ਟਾਈਮ ਯੂਜ਼ ਹੋਏਗਾ ਜਾਂ ਜਿੰਨਾ ਵੀ ਉਹਦੀ ਲਾਈਫ ਉਹ ਬਣਾ ਕੇ ਦੇਣਗੇ। ਸੋ ਇਹ ਤਾਂ ਹਰ ਕੰਪਨੀ ਨੂੰ ਚਾਹੀਦਾ, ਲੇਕਿਨ ਉਹਦੇ ਵਿੱਚ ਕੰਪਨੀ ਵਾਸਤੇ ਗਵਰਨਮੈਂਟ ਨੂੰ ਚਾਹੀਦਾ ਕਿ ਗਵਰਨਮੈਂਟ ਜਿਹੜਾ ਹੈ ਕੰਪਨੀਜ਼ ਨੂੰ ਹੈ ਉਹ ਕਿੰਨਾ ਜ਼ਿਆਦਾ ਉਹਨੂੰ ਸਬਸਿਡਾਈਜ਼ ਕਰਦੀ ਹੈ, ਕਿੰਨਾ ਉਹਨੂੰ ਫਾਇਦਾ ਦੇਣ ਦੀ ਕੋਸ਼ਿਸ਼ ਕਰ ਰਹੀ ਹੈ, ਕਿੰਨਾ ਉਹਨੂੰ ਸਹੂਲਤ ਦੇਣ ਦੀ ਕੋਸ਼ਿਸ਼ ਕਰ ਰਹੀ ਹੈ। ਬਿਲਕੁਲ ਹਰਕੀਰਤ ਜੀ, ਅੱਜ ਦਾ ਤਕਰੀਬਨ ਸਮਾਂ ਆਪਣਾ ਸਮਾਪਤ ਹੈ। ਅੱਜ ਦੀ ਚਰਚਾ ਦੇ ਵਿੱਚ ਤੁਹਾਡਾ ਹਿੱਸਾ ਲੈਣ ਲਈ ਬਹੁਤ ਬਹੁਤ ਧੰਨਵਾਦ ਜੀ। ਅਗਲੇ ਹਫ਼ਤੇ ਫਿਰ ਆਪਾਂ ਇੱਕ ਨਵੇਂ ਵਿਸ਼ੇ ਤੇ ਜ਼ਰੂਰ ਗੱਲਬਾਤ ਕਰਾਂਗੇ। ਥੈਂਕ ਯੂ ਸਿਮਰਤ ਜੀ। ਤੁਸੀਂ ਦੇਖ ਰਹੇ ਸੀ ਸਟਾਰ ਟਾਕ, ਸਪਲਾਈ ਚੇਨ ਸੰਬੰਧੀ ਤੁਹਾਡੇ ਨਾਲ ਵਿਚਾਰ ਚਰਚਾ ਕੀਤੀ। ਅਗਲੇ ਹਫ਼ਤੇ ਫਿਰ ਇੱਕ ਨਵਾਂ ਐਪੀਸੋਡ ਲੈ ਕੇ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਮੈਨੂੰ ਦਿਓ ਇਜਾਜ਼ਤ। ਧੰਨਵਾਦ।